ਚਾਲੇ ਤੇ ਧਿਆਨ ਦਿੰਦੇ, ਚਾਲੇ ਤੇ ਧਿਆਨ ਨਹੀਂ ਦਿੰਦੇ ਤੇ ਫੇਰ ਕੀ ਹੁੰਦਾ ਭਲਾ? ਕੀ ਹੁੰਦਾ? ਉਦੋਂ ਚਾਲੇ ਤੇ ਧਿਆਨ ਨਹੀਂ ਦਿੰਦੇ ਕੀ ਹੁੰਦਾ? ਚਾਲਾ ਵਿਗੜ ਜਾਏ ਤੇ ਫੇਰ ਬੰਦਾ ਕੀ ਹੁੰਦਾ ਹੈ? ਠੀਕ ਹੈ ਨਾ? ਤੇ ਇਸ ਕਰਕੇ ਆਪਣੇ ਚਾਲੇ ਤੇ ਕੀ ਦੇਣਾ? ਧਿਆਨ ਦੇਣਾ ਹੈ। ਔਰ ਚਲਿਏ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਜਿਸ ਤਰ੍ਹਾਂ ਅਸੀਂ ਆਪਣੇ ਚਾਲੇ ਨੂੰ ਸੁਧਾਰਾਂਗੇ, ਚਾਲ ਸੁਧਾਰਾਂਗੇ ਤੇ ਫਿਰ ਅਸੀਂ ਬਚ ਸਕਦੇ। ਚਾਲਾ ਵਿਗੜ ਜਾਂਦਾ ਤੇ ਫਿਰ ਸੋਚ ਲਓ ਅਸੀਂ ਕਦੀ ਬਚ ਸਕਦੇ ਨਹੀਂ। ਤੇ ਅਸੀਂ ਵਚਨ ਦੇ ਵਿੱਚੋਂ ਕੀ ਸਿੱਖਣਾ ਅੱਜ? ਬੋਲੋ ਸਾਰੇ ਜਣੇ, ਸਾਰੇ ਬੋਲੋ ਭਲਾ। ਜਿਨ੍ਹਾਂ ਨੂੰ ਰੱਬ ਨੇ ਵਧੀਆ ਜੀਵ ਦਿੱਤੀ ਆ ਉਹ ਬੋਲੀਏ, ਜਿਨ੍ਹਾਂ ਕੋ ਮਾੜੀ ਜੀਵ ਉਹ ਨਾ ਬੋਲੀਏ। ਆਪਣੇ ਚਾਲੇ ਤੇ ਕੀ ਦੇਣਾ? ਉਹ ਦੇਖੀਏ ਥੋੜਾ ਸਮਾਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਆਪਣੇ ਚਾਲੇ ਨੂੰ ਸੁਧਾਰਨਾ ਹੈ। ਬਹੁਤ ਸਾਰੇ ਲੋਕ ਜਿਹੜੇ ਆ ਜਦੋਂ ਆਪਣਾ ਚਾਲਾ ਨਹੀਂ ਸੁਧਾਰਦੇ ਤੇ ਗਲਤੀ ਕਿਸੇ ਦੀ ਕਰ ਦਿੰਦੇ। ਕਈ ਵਾਰੀ ਵੇਖੋ ਆਪਣੇ ਹੱਥ ਅਸੀਂ ਮੋਟਰਸਾਈਕਲ ਖੜਾਂਗੇ ਨਾ ਤੇ ਆਪਣੇ ਹੱਥ ਸਾਡਾ ਕਦੀ ਐਕਸੀਡੈਂਟ ਨਹੀਂ ਹੋਏਗਾ। ਜੇ ਦੂਜੇ ਹੱਥ ਖੜਾਂਗੇ ਤੇ ਫਿਰ ਐਕਸੀਡੈਂਟ ਹੋਏਗਾ ਤੇ ਫਿਰ ਅਸੀਂ ਗਲਤੀ ਕਿਹਦੀ ਕੱਢਣੀ ਆ? ਕਿਹਦੀ ਗਲਤੀ ਕੱਢਣੀ? ਕਿ ਬੀਬੀਆਂ ਵੇਖਾ ਸਕੂਟਰੀ ਚਲਾਉਂਦੀਆਂ ਜਦੋਂ ਪੈਰ ਘਸਾਉਂਦੀਆਂ ਅਗਲੇ ਖਾ ਕਰਕੇ ਮਾਰਦੇ, ਗਲਤੀ ਕਿਹਦੀ ਕੱਢ ਦਿੰਦੀਆਂ? ਅਗਲੇ ਦੀ ਗਲਤੀ ਕੱਢ ਦਿੰਦੀਆਂ ਵੀ ਤੂੰ ਕਿੱਧਰ, ਤੈਨੂੰ ਦੇਖਦਾ ਨਹੀਂ ਕਿ ਮੈਂ ਤੁਰੀ ਆਉਂਦੀ ਹੈ। ਪਰ ਖਿਆਲ ਕਰੋ ਅਸੀਂ ਆਪਣੇ ਚਾਲੇ ਵੱਲ ਚੱਲੀਏ। ਅਸੀਂ ਹਜ਼ਾਈ ਨਬੀ ਦੀ ਕਿਤਾਬ ਵਿੱਚ ਚੱਲੀ, ਜਿਨ੍ਹਾਂ ਕੋ ਮਿਲ ਗਿਆ ਹਜ਼ਾਈ ਨਬੀ ਦੀ ਕਿਤਾਬ ਵਿੱਚ ਚੱਲੀ ਅਸੀਂ। ਉਹਦਾ ਪਹਿਲਾ ਬਾਬ ਉਹਦੀ 5ਵੀਂ ਆਇਤ, ਚਾਲਿਆ ਜਾਣਾ। ਅਸੀਂ ਆਪਣੇ ਚਾਲੇ ਨੂੰ ਦੇਖਣਾ ਕਿ ਚਾਲਾ ਕਿਦਾਂ ਦਾ ਸਾਡਾ। ਸਾਰੇ ਜਿੰਨੇ ਵੀ ਅਸੀਂ ਦੇਖਿਆ ਆਪਣੇ ਚਾਲੇ ਵੱਲ ਖਿਆਲ ਰੱਖਣਾ। ਇਸਕੀ ਨਹੀਂ ਸੌਣਾ ਦੇ ਚਾਲੇ ਵੱਲ ਖਿਆਲ ਰੱਖਣਾ। ਪੁੱਛਣਾ ਅਗਲੇ ਹਫ਼ਤੇ ਆਪਣੇ ਚਾਲੇ ਵੱਲ ਕੀ ਰੱਖਣਾ ਹੈ? ਖਿਆਲ ਰੱਖਣਾ। ਜਿਹੜਾ ਬੰਦਾ ਆਪਣਾ ਚਾਲ ਨਹੀਂ ਸੁਧਾਰ ਸਕਦਾ ਉਹ ਕਦੀ ਵੀ ਪਾਸ ਹੋ ਸਕਦਾ ਨਹੀਂ। ਤੇ ਆਓ ਦੇਖੀਏ ਅਸੀਂ ਹਜ਼ਾਈ ਨਬੀ ਦੀ ਕਿਤਾਬ ਦਾ ਪਹਿਲਾ ਬਾਬ ਉਹਦੀ 5ਵੀਂ ਆਇਤ ਵਿੱਚ ਕਿ ਸੈਨਾ ਦਾ ਯਹੋਵਾ ਆਖਦਾ ਹੈ, ਸੈਨਾ ਦਾ ਯਹੋਵਾ ਕੀ ਆਖਦਾ ਹੈ? ਆਪਣੇ ਚਾਲੇ ਉੱਤੇ ਕੀ ਦਿਓ? ਧਿਆਨ ਤੋਂ ਪੜ੍ਹ ਕੇ ਦੇਖੀ, ਜਿਹਨੂੰ ਮਿਲ ਗਿਆ ਪੜ੍ਹੀ। ਹੁਣ ਸੈਨਾ ਦਾ ਯਹੋਵਾ ਨੂੰ ਆਖਦਾ ਹੈ ਹਾਂਜੀ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ। ਆਪਣੇ ਚਾਲੇ ਤੇ ਕੀ ਦਿਓ? ਕੌਣ ਆਖ ਰਿਹਾ ਵਾ? ਬੋਲੋ ਕੌਣ ਆਖ ਰਿਹਾ? ਇਹ ਕੋਈ ਨਬੀ ਨਹੀਂ ਆਖ ਰਿਹਾ, ਇਹ ਕੋਈ ਪੈਗੰਬਰ ਨਹੀਂ ਆ ਰਿਹਾ। ਕੌਣ ਆਖ ਰਿਹਾ? ਸੈਨਾ ਦਾ ਯਹੋਵਾ ਆਖਦਾ ਤੁਸੀਂ ਆਪਣੇ ਚਾਲੇ ਤੇ ਕੀ ਦਿਓ? ਧਿਆਨ ਦਿਓ। ਠੀਕ ਹੈ ਨਾ? ਆਪਣੇ ਚਾਲੇ ਤੇ ਧਿਆਨ ਦੇਣਾ। ਜਿੰਨੇ ਵੀ ਇੱਥੇ ਬੈਠੇ ਹੋ ਸਾਰੇ ਆਪਣੇ ਚਾਲੇ ਤੇ ਕੀ ਦੇਣਾ ਹੈ? ਧਿਆਨ ਦੇਣਾ। ਕਿ ਚਾਲਾ ਸਾਰਾ ਚਾਲ ਸਾਡੀ ਵਿਗੜ ਜਾਂਦੀ ਹੈ ਤੇ ਜੇ ਅਸੀਂ ਗਲਤੀ ਕਿਹਦੀ ਕੱਢ ਦਿੰਦੇ ਆ? ਕਿਸੇ ਦੀ ਗਲਤੀ ਕੱਢਦੇ ਆ। ਚਾਲ ਆਪਣੀ ਵਿਗੜੀ ਹੁੰਦੀ ਤੇ ਗਲਤੀ ਕਿਸੇ ਦੀ ਕੱਢ ਦੇਣੀ ਵੀ ਅਸੀਂ ਤੁਸੀਂ ਗਲਤ ਸੀਗੇ। ਪਰ ਨਹੀਂ, ਪਰਮੇਸ਼ਰ ਦਾ ਪਵਿੱਤਰ ਵਚਨ ਦੱਸਦਾ ਤੁਸੀਂ ਆਪਣੇ ਚਾਲੇ ਤੇ ਕੀ ਦਿਓ? ਧਿਆਨ ਦਿਓ। ਆਪਣੇ ਚਾਲੇ ਨੂੰ ਧਿਆਨ ਨਾਲ ਜਿਹਦਾ ਹੋਰ ਅੱਗੇ ਬਾਈਬਲਾਂ ਪੜ੍ਹੀਏ ਭਲਾ ਇਸ ਚਾਲ ਦੇ ਬਾਰੇ ਦੇਖਣਾ। ਚਾਲੇ ਦੇ ਬਾਰੇ ਇਹਨੂੰ ਚਾਲ ਵੀ ਕਹਿ ਸਕਦੇ ਤੇ ਚਾਲਾਂ ਵੀ ਕਹਿ ਸਕਦੇ। ਚਾਲਾਂ ਵਿਗੜ ਗਿਆ, ਚਾਲ ਵਿਗੜ ਗਈ ਤੇ ਨੁਕਸਾਨ ਕੀ ਆ ਹੋ ਜਾਂਦਾ ਹੈ? ਬੰਦਾ ਫ੍ਰੀ ਹੋ ਜਾਂਦਾ ਹੈ। ਪੜ੍ਹੀਏ ਉਹਦੇ ਕੋਲ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ। ਕਹਿੰਦਾ ਮਤਲਬ ਕਿ ਸਾਰਾ ਦਾ ਸਾਰਾ ਜਦੋਂ ਗਲਤ ਹੋ ਗਿਆ, ਚਾਲਾ ਵਿਗੜ ਗਿਆ ਤੇ ਫਿਰ ਨੁਕਸਾਨ ਹੋ ਜਾਂਦਾ। ਪੜ੍ਹੀਏ ਇਹਨੂੰ ਦੁਬਾਰਾ ਇਸ ਤੋਂ ਜਿਹਨੂੰ ਹੋਰ ਮਿਲ ਗਿਆ ਪੜ੍ਹੀਏ ਧਿਆਨ ਨਾਲ। ਹੁਣ ਸੈਨਾ ਦਾ ਯਹੋਵਾ ਯੂੰ ਆਖਦਾ ਹੈ ਹਾਂਜੀ ਕਿ ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ। ਠੀਕ ਆ ਭਾਈ ਜੀ, ਭਾਈ ਤਸੀਮ ਜੀ। ਸੈਨਾ ਦਾ ਯਹੋਵਾ ਕੀ ਕਹਿ ਰਿਹਾ ਹੈ? ਆਪਣੇ ਚਾਲੇ ਤੇ ਧਿਆਨ ਦਿਓ। ਅੱਜ ਦਾ ਟੌਪਿਕ ਸਾਡਾ ਕੀ ਹੈ? ਆਪਣੇ ਚਾਲੇ ਤੇ ਕੀ ਦੇਣਾ? ਅਸੀਂ ਧਿਆਨ ਦੇਣਾ ਹੈ। ਜਿੰਨੇ ਵੀ ਅਸੀਂ ਬੈਠੇ ਸਾਰੇ ਆਪਣੇ ਚਾਲੇ ਤੇ ਕੀ ਦੇਣਾ ਹੈ? ਧਿਆਨ ਦੇਣਾ। ਦੇਖਣਾ ਅਸੀਂ ਕਿੱਦਾਂ ਚੱਲ ਰਹੇ, ਕਿੱਦਾਂ ਚੱਲਣਾ, ਕਿੱਦਾਂ ਅਸੀਂ ਅੱਗੇ ਸਵਰਗ ਵਿੱਚ ਜਾਣਾ ਹੈ। ਅਸੀਂ ਆਪਣੇ ਘਰ ਨੂੰ ਕਿੱਦਾਂ ਜਾਣਾ ਹੈ, ਆਪਣੇ ਪਰਿਵਾਰ ਦੀ ਕਿੱਦਾਂ ਜ਼ਿੰਮੇਵਾਰੀ ਲੈਣੀ। ਤੁਹਾਨੂੰ ਪਤਾ ਹੈ ਕਿ ਜਦੋਂ ਆਦਮ ਦਾ ਚਾਲਾ ਵਿਗੜਿਆ ਤੇ ਕਿੱਥੇ ਗਿਆ? ਆਦਮ ਦਾ ਚਾਲਾ ਵਿਗੜ ਗਿਆ ਤੇ ਕਿੱਥੋਂ ਗਿਆ? ਬਾਗ ਦੇ ਵਿੱਚੋਂ ਬਾਹਰ ਕੱਢਿਆ ਗਿਆ। ਫਿਰ ਤੁਸੀਂ ਹੋਰ ਖਿਆਲ ਕਰੋ। ਤੁਸੀਂ ਜਦੋਂ ਯਹੂਦਾ ਦਾ ਚਾਲਾ ਵਿਗੜ ਗਿਆ ਸੀ, ਯਹੂਦਾ ਕੌਣ ਸੀ ਭਲਾ? ਯਹੂਦਾ ਕੌਣ ਸੀਗਾ? ਉਹਦਾ ਚਾਲਾ ਵਿਗੜ ਗਿਆ ਤੇ ਕੀ ਹੋਇਆ ਸੀਗਾ? ਫਾਹ ਲੈ ਕੇ ਮਰ ਗਿਆ। ਠੀਕ ਹੈ ਨਾ? ਇੱਥੇ ਹੋ ਗਿਆ ਕਿ ਫਾਹ ਲੈ ਕੇ ਮਰ ਗਿਆ ਤੇ ਵਚਨ ਦੇ ਵਿੱਚ ਲਿਖਿਆ ਉਹਦੀ ਅੰਦਰਾਂ ਵੀ ਕੀ ਆ ਗਿਆ ਸੀ? ਬਾਹਰ ਆ ਗਿਆ। ਜਿਹਦਾ ਚਾਲਾ ਵਿਗੜ ਗਿਆ ਉਹਦੀ ਹਾਲਾਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਤੁਸੀਂ ਖਿਆਲ ਕਰੋ ਕਿ ਇੱਕ ਫਰਿਸ਼ਤਾ ਸੀਗਾ, ਖੁਦਾ ਦਾ ਬਹੁਤ ਵੱਡਾ ਫਰਿਸ਼ਤਾ ਸੀਗਾ ਕਿ ਜਿਹੜਾ ਪੂਰੀ ਕਮਾਂਡ ਫਰਿਸ਼ਤਿਆਂ ਦੇ ਕਰਦਾ ਹੈ। ਕਹਿੰਦਾ ਮਤਲਬ ਕਿ ਸਾਰੀ ਕਮਾਂਡ ਉਹਦੇ ਹੱਥ ਵਿੱਚ ਸੀ। ਜਦੋਂ ਦੀ ਚਾਲ ਵਿਗੜੀ ਤੇ ਫਿਰ ਕੀ ਹੋਇਆ ਭਲਾ? ਤੇ ਕੀ ਹੋਇਆ ਨਾ? ਸਵਰਗ ਦਾ ਮਾਲਕ ਸੀਗਾ ਤੇ ਜ਼ਮੀਨ ਤੇ ਆ ਗਿਆ। ਹੁਣ ਕੀ ਕਰਦਾ ਭਲਾ? ਢੇਰਾਂ ਤੋਂ ਕੱਖ ਚੁਗਦਾ ਫਿਰਦਾ ਹੈ। ਤੁਸੀਂ ਖਿਆਲ ਕਰੋ ਕਿੱਥੇ ਫਿਰਦਾ ਹੈ? ਆ ਰੂੜੀਆਂ ਜਿਹਨੂੰ ਢੇਰ ਤੁਸੀਂ ਕਹਿ ਸਕਦੇ। ਸਾਡੇ ਗੁਰਦਾਸਪੁਰ ਦੇ ਰੂੜੀ ਬੋਲ ਦਿੰਦੇ ਕਿ ਰੂੜੀ ਦਾ ਢੇਰ ਲੱਗਾ ਹੈ।
ਤੇ ਉਹਨਾਂ ਤੋਂ ਵੀ ਚੁੱਕਦਾ ਫਿਰਦਾ ਕੱਖ ਕਿੱਥੋਂ ਕੱਖ ਚੁੱਕਦਾ ਹੈ। ਕਈ ਵੀ ਚੰਗੇ ਭਲੇ ਯੋਧੇ ਹੁੰਦੇ ਹੈ ਤੇ ਉਹਨਾਂ ਦੇ ਵਿੱਚ ਆ ਜਾਂਦਾ, ਔਰਤਾਂ ਦੇ ਵਿੱਚ ਆ ਜਾਂਦਾ ਤੇ ਫਿਰ ਕਮਲਾ ਬਣਾ ਦਿੰਦਾ, ਪਾਗਲ ਕਰ ਦਿੰਦਾ, ਫਿਰ ਪਾਗਲ ਕਰ ਦਿੰਦਾ, ਫਿਰ ਢੇਰਾਂ ਤੋਂ ਵੀ ਚੁੱਕਦੇ ਆ, ਕੱਖ ਚੁੱਕਦੇ ਆ। ਕਹਿੰਦਾ ਮਤਲਬ ਕਿ ਲਿਫਾਫੇ ਚੁੱਕਣੇ ਸ਼ੁਰੂ ਕਰ ਦਿੰਦੇ ਹੈ। ਮੇਰੇ ਕਹਿਣ ਦਾ ਮਤਲਬ ਕਿ ਜਦੋਂ ਚਾਲਾ ਵਿਗੜ ਗਿਆ ਉਸ ਲੂਸੀਫਰ ਦਾ ਜ਼ਮੀਨ ਤੇ ਸੁੱਟਿਆ ਗਿਆ ਤੇ ਅੱਜ ਤੁਸੀਂ ਖਿਆਲ ਕਰੋ ਕਿ ਉਹ ਸਵਰਗ ਦਾ ਮਾਲਕ ਨਹੀਂਗਾ, ਉਹ ਜ਼ਮੀਨ ਦਾ ਮਾਲਕ, ਜ਼ਮੀਨ ਦਾ ਰਾਜਾ ਕਿਹਾ ਗਿਆ ਉਹਨੂੰ। ਇਸੇ ਤਰੀਕੇ ਨਾਲ ਜਦੋਂ ਸਾਡੀ ਚਾਲ ਵਿਗੜ ਜਾਂਦੀ ਆ, ਸਮਸੂਨ ਦੀ ਚਾਲ ਵਿਗੜ ਗਈ। ਸਮਸੂਨ ਕੌਣ ਸੀ? ਭਲਾ ਯੋਧਾ ਸੀਗਾ। ਉਹਦੇ ਤੁਹਾਨੂੰ ਪਤਾ ਕਿ ਕਿੰਨਾ ਬਲ ਸੀਗਾ? ਸਮਸੂਨ ਦੇ ਵਿੱਚ ਕਿੰਨਾ ਬਲ ਸੀਗਾ ਕਿ ਉਹਦੀਆਂ ਜੜਾਂ ਦੇ ਵਿੱਚ ਕੀ ਸੀਗਾ? ਬਲ ਸੀਗਾ। ਤੇ ਉਹਦੀ ਚਾਲ ਬਦਲੀ ਕਿਦਾਂ? ਬੋਲੋ, ਪਰਮੇਸ਼ਰ ਦੇ ਵਚਨ ਤੋਂ ਸਰਮੋੜਾ ਨਹੀਂ, ਕਿਦਾਂ ਉਹਦੀ ਚਾਲ ਬਦਲੀ? ਇੱਕ ਇਸਤਰੀ ਦੇ ਪਿੱਛੇ, ਇੱਕ ਔਰਤ ਦੇ ਪਿੱਛੇ ਆਪਣਾ ਚਾਲਾ ਕੀ ਕਰ ਲਿਆ ਉਹਨੇ? ਵਿਗੜਾ ਲਿਆ। ਜਦ ਚਾਲਾ ਇੱਕ ਇਸਤਰੀ ਦੇ ਪਿੱਛੇ ਵਿਗੜ ਗਿਆ ਤੇ ਫਿਰ ਤੁਹਾਨੂੰ ਪਤਾ ਕੀ ਹੋਇਆ ਉਹਦੇ ਨਾਲ? ਉਹਦੀਆਂ ਅੱਖਾਂ ਕੱਢੀਆਂ ਗਈਆਂ, ਫਿਰ ਚੱਕੀ ਪੀਣ ਵਾਸਤੇ ਉਹਨੂੰ ਪਾਇਆ ਗਿਆ, ਜੇਲ੍ਹ ਵਿੱਚ ਪਾਇਆ ਗਿਆ। ਉਹਦੀ ਇੱਕ ਇਹੋ ਜਿਹੀ ਹਾਲਾਤ ਬਣ ਗਈ, ਕਹਿੰਦਾ ਮਤਲਬ ਕਿ ਜਿਸ ਤਰ੍ਹਾਂ ਇੱਕ ਭਿਖਾਰੀ ਦੀ ਹਾਲਾਤ ਹੁੰਦੀ ਹੈ। ਫਿਰ ਕਿਉਂ ਭਲਾ? ਜਦੋਂ ਸਾਡੀ ਚਾਲ ਵਿਗੜ ਜਾਂਦੀ ਆ ਪਰਮੇਸ਼ਰ ਤੋਂ, ਪਰਮੇਸ਼ਰ ਦੀ ਇੱਛਾ ਤੋਂ ਚਾਲ ਵਿਗੜ ਜਾਂਦੀ ਆ, ਪਰਮੇਸ਼ਰ ਦੇ ਵਚਨ ਤੋਂ ਅਸੀਂ ਲਾਂਭੇ ਰਹਿ ਜਾਂਦੇ ਤੇ ਫਿਰ ਸੈਨਾ ਦਾ ਯਹੋਵਾ ਕਹਿ ਰਿਹਾ, ਭਾਈ ਤੁਸੀਂ ਆਪਣੇ ਚਾਲੇ ਤੇ ਕੀ ਦੋ। ਅਸੀਂ ਚਾਲਾ ਕਿੱਦਾਂ ਪਛਾਣ ਲੈਨੇ ਆ? ਹੈ ਉਹਦੇ ਕੰਮਾਂ ਤੋਂ। ਕਿੱਦਾਂ ਉਹਦੇ ਕੰਮਾਂ ਤੋਂ ਚਾਲ ਦੀ ਪਛਾਣੀ ਜਾਂਦੀ ਹੈ? ਕਿਹੜੀ ਬੰਦਾ ਦਾਰੂ ਪੀ ਕੇ ਆਉਂਦਾ ਨਾ ਘਰ ਵਿੱਚ ਤੇ ਫੇਰ ਭਲਾ ਕੀ ਕਰਦਾ? ਬਾਹਰੋਂ ਲੈਚੀਆਂ ਮੂੰਹ 'ਚ ਪਾ ਕੇ ਆਵੇਗਾ ਕਿ ਮੇਰੇ ਅੰਦਰੋਂ ਸਮੈਲ ਸ਼ਰਾਬ ਦੀ ਸਮੈਲ ਨਾ ਆਵੇ, ਠੀਕ ਆ ਨਾ? ਤੇ ਫੇਰ ਉਹਦੀ ਕਿੱਦਾਂ ਪਛਾਣ ਲੱਗਦੀ ਹੈ? ਔਰਤ ਉਹਨੇ ਕਿੱਦਾਂ ਪਛਾਣ ਲੈਂਦੀ ਉਹਨੂੰ? ਸਮੈਲ ਤਾਂ ਖਤਮ ਕਰ ਲਈ, ਪਰ ਜਿਹੜੀ ਅੰਦਰ ਗਈ ਉਹ ਖਤਮ ਨਹੀਂ ਹੋ ਰਹੀ। ਉਹਦੇ ਬੋਲ ਚਾਲ ਤੋਂ ਪਤਾ ਲੱਗ ਜਾਂਦਾ ਹੈ ਕਿ ਹੁਣ ਇਹਨੇ ਕੁਛ ਨਾ ਕੁਛ, ਇਹ ਇਕੱਲਾ ਨਹੀਂ ਬੋਲਦਾ ਹੈ ਨਾ, ਵੀ ਇਹਦੇ ਅੰਦਰ ਕੁਛ ਬੋਲਦਾ ਹੈ। ਫਿਰ ਨਿਆਣੇ ਵੀ ਸਮਝ ਲੈਂਦੇ ਕਿ ਅੱਜ ਮੰਮੀ ਡੈਡੀ ਨੇ ਕੁਛ ਨਾ ਕੁਛ ਕੀਤਾ, ਠੀਕ ਆ ਨਾ? ਤੇ ਨਿਆਣੇ ਫਿਰ ਡਰਦਾ ਪੀਂਦੇ ਆ, ਕਿਉਂਕਿ ਬੇਸ਼ੱਕ ਜਿੰਨੀਆਂ ਮਰਜ਼ੀ ਲੈਚੀਆਂ ਖਾਂਦਾ, ਜੋ ਮਰਜ਼ੀ ਖਾਂਦਾ, ਪਰ ਜਿਹੜੀ ਅੰਦਰ ਚਲੀ ਗਈ ਉਹ ਬੋਲੋ ਨਹੀਂ ਹਟਦੀ। ਹਾਲੇਲੂਇਆ, ਹਾਲੇਲੂਇਆ। ਜਦੋਂ ਡੈਡੀ ਦੀ ਚਾਲ ਵਿਗੜ ਜਾਂਦੀ ਆ ਤੇ ਬੱਚੇ ਚਾਲ ਨੂੰ ਪਛਾਣ ਲੈਂਦੇ ਆ। ਸਿਆਣੇ ਬੱਚੇ ਜਿਹੜੇ ਸਮਝ ਲੈਂਦੇ, ਸਿਆਣੀ ਔਰਤ ਕੀ ਕਰਦੀ ਉਹਨੂੰ ਸਮਝ ਲੈਂਦੀ ਹੈ। ਜਦੋਂ ਸਾਡੇ ਚਾਲੇ ਵਿੱਚ ਫਰਕ ਪੈਂਦਾ ਹੈ ਤੇ ਫਿਰ ਬੱਚੇ ਵੀ ਸਮਝ ਲੈਂਦੇ, ਘਰ ਵਾਲੇ ਵੀ ਸਮਝ ਲੈਂਦੇ। ਜਦੋਂ ਘਰ ਵਾਲੇ ਦੀ ਚਾਲ ਵਿੱਚ ਫਰਕ ਪੈ ਕੇ ਫਿਰ ਉਹਨੇ ਕਿਹੜੀ ਪੀਤੀ ਹੁੰਦੀ ਆ, ਉਹਦੀ ਚਾਲ 'ਚ ਫਰਕ ਪੈਂਦਾ ਤੇ ਬੰਦਾ ਕਿੱਦਾਂ ਸਮਝ ਲੈਂਦਾ ਹੈ? ਬੋਲੋ ਛੇਤੀ ਬੋਲੋ, ਬਾਅਦ ਥੋੜਾ ਸਮਾਂ ਹੀ ਆ। ਬੋਲਣ ਚੱਲਣ ਤੋਂ ਪਤਾ ਲੱਗਦਾ ਹੈ। ਬੋਲਣ ਚੱਲਣ ਤੋਂ ਕਿੱਦਾਂ ਫਰਕ ਲੱਗ ਜਾਂਦਾ? ਉਹਦੇ ਕੰਮਾਂ ਤੋਂ ਕਿੱਦਾਂ ਪਤਾ ਲੱਗਦਾ ਕਿ ਉਹਦੇ ਫਰਕ ਪਿਆ, ਉਹਦੀ ਚਾਲ ਵਿੱਚ ਫਰਕ ਪੈ ਗਿਆ ਹੈ? ਕੌੜਾਪਨ ਉਹਦਾ ਆ ਜਾਂਦਾ। ਕੌੜਾਪਨ ਦਾ ਦੂਜਾ ਨੰਬਰ ਹੋਰ ਕੀ ਹੋਇਆ? ਝਗੜਾ ਕਰਨਾ ਤਾਂ ਫੇਰ ਹੋਰ ਇੱਕ ਨੂੰ ਪੰਜਾਬੀ 'ਚ ਬੋਲਦੇ ਰੁੱਖਾਪਨ ਆ ਗਿਆ, ਠੀਕ ਆ ਨਾ? ਕਿਉਂ ਰੁੱਖਾਪਨ ਆਇਆ ਉਹਦੇ ਵਿੱਚ? ਕਿਉਂਕਿ ਉਹਦਾ ਕੰਮ ਕਿਤੇ ਹੋਰ ਚੱਲ ਰਿਹਾ ਹੁੰਦਾ ਹੈ, ਉਹਦੀ ਚਾਲ ਕਿਤੇ ਹੋਰ ਫਿੱਟ ਹੋ ਰਹੀ ਹੁੰਦੀ ਹੈ ਤੇ ਫੇਰ ਉਹਨੇ ਆਪਣੇ ਪਤੀ ਦੀ ਕਹਿੰਦਾ ਮਤਲਬ ਕਿ ਚਾਲ ਨਹੀਂ ਦੇਖਣਾ, ਉਹਦੀ ਆਪਣੀ ਚਾਲ ਕਿਤੇ ਹੋਰ ਚੱਲ ਰਹੀ ਹੁੰਦੀ ਹੈ। ਇਸੇ ਤਰੀਕੇ ਨਾਲ ਪਤੀ ਦੀ ਚਾਲ ਹੈ। ਜਦੋਂ ਪਤੀ ਆਪਣੀ ਔਰਤ ਨਾਲ ਪੁੱਠਾ ਸਿੱਧਾ ਬੋਲਦਾ ਤੇ ਖਿਆਲ ਕਰੋ ਉਹਦੀ ਵੀ ਚਾਲ ਕਿਤੇ ਹੋਰ ਤਰੀਕੇ ਨਾਲ ਚੱਲ ਰਹੀ ਹੈ। ਸਾਡੀ ਚਾਲ 'ਚ ਫਰਕ ਨਹੀਂ ਪੈਣਾ ਚਾਹੀਦਾ। ਜੇ ਸਾਡੀ ਚਾਲ 'ਚ ਫਰਕ ਪੈਂਦਾ ਹੈ ਤੇ ਮੈਂ ਕਹਿੰਦਾ ਕਿ ਉਹ ਬੰਦਾ ਨਹੀਂ ਜਿਹੜਾ ਚਾਲ ਨਾ ਪਛਾਣੇ, ਉਹ ਇਸਤਰੀ ਦੀ ਜਿਹੜੀ ਚਾਲ ਨਾ ਪਛਾਣੇ, ਉਹ ਬੱਚਾ ਨੇ ਚਾਲ ਨਾ ਕਿਸੇ ਦੀ ਪਛਾਣੇ। ਸਾਨੂੰ ਚਾਲ ਪਛਾਣਨ ਦੀ ਜ਼ਰੂਰਤ ਹੈ। ਅਸੀਂ ਕਿਸੇ ਤੇ ਨਾ ਦੋਸ਼ ਲਾਈਏ, ਪਰ ਆਪਣੇ ਘਰ ਦਾ ਪ੍ਰਬੰਧ ਖੁਦ ਕਰੀਏ। ਅਸੀਂ ਆਪਣੇ ਚਾਲ ਵੇਖੀ, ਸਾਡੇ ਬੱਚਿਆਂ ਦੀ ਚਾਲ ਕਿੱਦਾਂ, ਮੇਰੇ ਘਰ ਵਾਲੇ ਦੀ ਚਾਲ ਕਿੱਦਾਂ, ਮੇਰੀ ਆਪਣੀ ਖੁਦ ਕਿੱਦਾਂ ਦੀ ਚਾਲ ਹੈ। ਅਸੀਂ ਚਾਲੇ ਤੇ ਧਿਆਨ ਵੇਖੀਏ ਕਿ ਸਾਡਾ ਚਾਲਾ ਜਿਹੜਾ ਹੈ ਉਹ ਕਿੱਦਾਂ ਚੱਲ ਰਿਹਾ ਹੈ। ਸਾਡੇ ਪਰਿਵਾਰ ਦਾ ਚਾਲਾ ਕਿੱਦਾਂ ਰਿਹਾ, ਮੇਰੇ ਬੇਟੀ ਦਾ ਚਾਲਾ ਕਿੱਦਾਂ, ਮੇਰੇ ਬੇਟੇ ਦਾ ਚਾਲਾ ਕਿੱਦਾਂ ਚੱਲ ਰਿਹਾ, ਮੇਰੇ ਪਤੀ ਦਾ ਚਾਲਾ ਕਿੱਦਾਂ ਚੱਲ ਰਿਹਾ, ਮੇਰਾ ਖੁਦ ਦਾ ਚਾਲਾ ਕਿੱਦਾਂ ਚੱਲ ਰਿਹਾ। ਅਸੀਂ ਆਪਣੇ ਚਾਲੇ ਤੇ ਕੀ ਦੇਣਾ ਹੈ? ਧਿਆਨ ਦੇਣਾ ਹੈ। ਜੇ ਚਾਲਾ ਵਿਗੜਿਆ ਤੇ ਕੰਮ ਕੀ ਹੋ ਜਾਏਗਾ? ਖਰਾਬ ਹੋ ਜਾਏਗਾ। ਚਲਿਏ ਜ਼ਬੂਰਾਂ ਦੀ ਕਿਤਾਬ 50 ਬਾਬ ਦੀ 23 ਆਇਤ ਵਿੱਚ ਕਿ ਚਾਲੇ ਨੂੰ ਸੁਧਾਰਨਾ। ਅੱਜ ਕੀ ਵਚਨ ਚੱਲ ਰਿਹਾ ਹੈ? ਚਾਲੇ ਨੂੰ ਕੀ ਕਰਨਾ ਹੈ? ਸੁਧਾਰਨਾ ਹੈ। ਚਾਲਾ ਨਹੀਂ ਵਿਗੜਨ ਦੇਣਾ। ਚਾਲ ਵਿਗੜ ਕੇ ਕੰਮ ਕੀ ਹੋਣਾ ਹੈ? ਖਰਾਬ ਹੋਣਾ ਹੈ। ਇੱਕ ਮੁੱਖ ਬੰਦਾ ਜਿਹੜਾ ਹੈ, ਘਰ ਦਾ ਮੁਖੀਆ ਜਿਹੜਾ ਹੈ, ਉਹਦੀ ਚਾਲ ਖੁਦ ਦੀ ਸਹੀ ਹੋਣੀ ਚਾਹੀਦੀ। ਉਹਦੀ ਆਪਣੀ ਚਾਲ ਸਹੀ ਹੋ ਜਾਏਗੀ ਤੇ ਪੂਰੇ ਪਰਿਵਾਰ ਦੀ ਚਾਲ ਕੀ ਹੋ ਜਾਏਗੀ? ਸਹੀ ਹੋ ਜਾਏਗੀ। ਕਿਉਂਕਿ ਜੇ ਆਪਣੀ ਚਾਲ ਵਿਗੜੀ ਆ ਤੇ ਪੂਰੇ ਪਰਿਵਾਰ ਦੀ ਚਾਲ ਕੀ ਹੋ ਜਾਣੀ?
ਤੁਹਾਨੂੰ ਪਤਾ ਕਿ ਆਦਮ ਇੱਕ ਹੀ ਸੀ ਨਾ, ਬਹੁਤੇ ਤੇ ਨਹੀਂ। ਉਹਦੀ ਆਪਣੀ ਚਾਲ ਵਿਗੜ ਗਈ ਤੇ ਪੂਰੇ ਸੰਸਾਰ ਦੀ ਹੁਣ ਚਾਲ ਕੀ ਆ? ਵਿਗੜੀ ਆ, ਠੀਕ ਆ ਨਾ। ਤੇ ਪ੍ਰਭੂ ਯਿਸੂ ਮਸੀਹ ਸੰਸਾਰ ਵਿੱਚ ਆਏ, ਉਹਦੀ ਚਾਲ ਸਹੀ, ਆਪਣੇ ਬੱਚਿਆਂ ਦੀ ਚਾਲ ਵੀ ਕੀ ਕਰਦਾ? ਉਹ ਸਹੀ ਕਰ ਰਿਹਾ। ਆਦਮ ਦੀ ਚਾਲ ਵਿਗੜੀ, ਉਹਦੇ ਬੱਚੇ ਵੀ ਗੜ ਕੀ ਹੋਏ ਆ? ਵਿਗੜ ਗਏ। ਪਰ ਜੇ ਯਿਸੂ ਮਸੀਹ ਆਇਆ ਸੰਸਾਰ ਦੇ ਵਿੱਚ, ਉਹਦੇ ਬੱਚਿਆਂ ਦੀ, ਯਿਸੂ ਮਸੀਹ ਇੱਕ ਆਪਣੇ ਚਾਲੇ ਨੂੰ ਲੈ ਕੇ ਆਇਆ ਸੀਗਾ। ਉਹਨੇ ਆਪਣੇ ਚਾਲੇ ਤੇ ਆਪਣੇ ਬੱਚਿਆਂ ਨੂੰ ਚਲਾਇਆ। ਉਹਦੇ ਬੱਚਿਆਂ ਦੀ ਚਾਲ ਕੀ ਹੁੰਦੀ ਆ? ਸਹੀ ਹੁੰਦੀ। ਜ਼ੋਰ ਨਾਲ ਤਾੜੀਆਂ ਲਾਈਏ। ਪ੍ਰਭੂ ਯਿਸੂ ਮਸੀਹ ਦੇ ਬੱਚੇ ਜਿਹੜੇ, ਉਹਨਾਂ ਦਾ ਚਾਲਾ ਕਿੱਦਾਂ ਦਾ ਹੋਣਾ ਚਾਹੀਦਾ? ਉਹਨਾਂ ਦਾ ਚਾਲੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਚਾਲੇ ਵਿੱਚ ਇਸ ਤਰ੍ਹਾਂ ਦੀ ਚਾਲ ਹੋਣੀ ਚਾਹੀਦੀ ਹੈ ਕਿ ਸਾਡੇ ਚਾਲੇ ਤੋਂ, ਸਾਡੇ ਉੱਠਣੇ ਬੈਠਣੇ ਤੋਂ, ਸਾਡੇ ਬੋਲਣ ਚੱਲਣ ਤੋਂ, ਸਾਡੇ ਦੇਖਣ ਤੋਂ, ਸਾਡੀਆਂ ਅੱਖਾਂ ਤੋਂ, ਸਾਡੇ ਹੱਥਾਂ ਤੋਂ, ਪੈਰਾਂ ਤੋਂ ਲੋਕੀ ਪਛਾਣ ਲੈਣ ਕੇ ਸੱਚਮੁੱਚ ਗੌਰ ਦੇ ਕੀ ਆਏ ਬੱਚੇ ਆ। ਤੇ ਜੇ ਸਾਡੇ ਵੀ ਬੋਲਣ ਵਿੱਚ ਫਰਕ ਹੋ ਗਿਆ, ਸਾਡੇ ਵੀ ਤੁਰਨ ਵਿੱਚ ਫਰਕ ਹੋ ਗਿਆ, ਸਾਡੇ ਵੀ ਚਾਲੇ ਵਿੱਚ ਫਰਕ ਹੋ ਗਿਆ, ਇਹਦਾ ਮਤਲਬ ਕਿ ਮੰਨ ਕੇ ਚਲੋ ਕਿ ਅਸੀਂ ਖੁਦਾ ਦੇ ਬੰਦੇ। ਲੋਕੀ ਪਤਾ ਕੀ ਕਹਿੰਦੇ ਹੁੰਦੇ ਆ? ਮੈਂ ਉਹਨੂੰ ਦੂਰੋਂ ਕੀ ਕਰ ਲੈਣਾ? ਪਛਾਣ ਲੈਣਾ। ਮੈਂ ਦੂਰੋਂ ਕੀ ਕਰ ਲੈਣਾ? ਪਛਾਣ ਲੈਣਾ। ਕਾਹਦੇ ਵਾਸਤੇ? ਕਈ ਸਿਆਣੇ ਬੰਦੇ ਇਦਾਂ ਹੀ ਆ, ਉਹ ਦੂਰੋਂ ਪਛਾਣ ਲੈਂਦੇ ਬੰਦੇ ਨੂੰ ਕਿਹਦੀ ਚਾਲ ਕਿੱਦਾਂ ਦੀ ਆ, ਇਹਦੀ ਅੱਖਾਂ ਕਿੱਦਾਂ ਦੀਆਂ ਹੈ, ਇਹਦਾ ਬੋਲ ਕਿੱਦਾਂ ਦਾ ਹੈ। ਜੇਕਰ ਅਸੀਂ ਖੁਦਾ ਦੇ ਲੋਕ ਆ, ਕਿ ਸਾਨੂੰ ਆਪਣੇ ਬੱਚਿਆਂ ਦੀ ਚਾਲ ਦਾ, ਆਪਣੇ ਪਤੀ ਦੀ ਚਾਲ ਦਾ, ਆਪਣੀ ਕਲੀਸਿਆ ਦੀ ਚਾਲ ਦਾ, ਪੂਰੇ ਘਰ ਦਾ ਚਾਲ ਦਾ, ਗੁਆਂਢੀਆਂ ਦੀ ਚਾਲ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਕਿਸ ਕੰਮ ਵਾਸਤੇ ਆਇਆ। ਹਾਲੇਲੂਇਆ। ਹਾਲੇਲੂਇਆ। ਅਸੀਂ ਚਾਲ ਨਹੀਂ ਦੇਖਦੇ, ਨਾ ਆਪਣੀ ਦੇਖਦੇ ਤੇ ਨਾ ਕਿਸੇ ਦੀ ਦੇਖਦੇ ਆ। ਪੜ੍ਹ ਕੇ ਦੇਖੀ ਨੂੰ ਤੇ ਯਾਰ ਜਲਦੀ ਜਲਦੀ। ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ, ਹਾਂਜੀ, ਉਹ ਮੇਰੀ ਵਡਿਆਈ ਕਰਦਾ ਹੈ। ਹਾਂਜੀ। ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਹਾਂਜੀ, ਮੈਂ ਉਹਨੂੰ ਪਰਮੇਸ਼ਵਰ ਦੀ ਮੁਕਤੀ ਵਿਖਾਵਾਂਗਾ। ਜਿਹੜਾ ਆਪਣੀ ਚਾਲ ਨੂੰ ਸੁਧਾਰਦਾ, ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ, ਮੈਂ ਉਹਨੂੰ ਆਪਣੀ ਮੁਕਤੀ ਦਿਖਾਵਾਂਗਾ। ਚਾਲ ਸੁਧਾਰੋਗੇ ਤੇ ਮੁਕਤੀ ਮਿਲਣੀ ਆ, ਤੇ ਚਾਲ ਨਹੀਂ ਸੁਧਰਦੇ ਤੇ ਮੁਕਤੀ ਕਦੇ ਵੀ ਨਹੀਂ ਮਿਲਣੀ। ਕਿਉਂਕਿ ਖਿਆਲ ਕਰਨਾ ਤੁਸੀਂ, ਅਸੀਂ ਖੁਦਾ ਦੇ ਲੋਕ ਆ, ਅਸੀਂ ਆਪਣੇ ਜੀਵਨ ਨੂੰ ਬਦਲਣਾ, ਅਸੀਂ ਪਰਮੇਸ਼ਰ ਦੇ ਰਾਜ ਵਾਸਤੇ ਕਿਉਂ ਹੋਣਾ ਹੈ? ਤਿਆਰ ਬਣ ਕੇ ਆਪਣੇ ਚਾਲੇ ਨੂੰ ਸੁਧਾਰੋਗੇ ਤੇ ਖੁਦਾ ਦੀ ਮੁਕਤੀ ਵੇਖੋਗੇ। ਜੇ ਅਸੀਂ ਆਪਣੀ ਚਾਲ ਨੂੰ ਨਹੀਂ ਸੁਧਾਰੇ ਤੇ ਫਿਰ ਕਦੀ ਵੀ ਮੁਕਤੀ ਸਾਨੂੰ ਮਿਲ ਸਕਦੀ ਨਹੀਂ। ਕਿਉਂਕਿ ਮੁਕਤੀ ਪਾਉਣ ਵਾਸਤੇ ਸਾਨੂੰ ਆਪਣੀ ਚਾਲ ਸੁਧਾਰਨੀ ਪੈਣੀ ਆ, ਤੇ ਜੇ ਮੁਕਤੀ ਪਾਉਣ ਵਾਸਤੇ ਚਾਲ ਨਹੀਂ ਸੁਧਾਰਦੇ ਤੇ ਫਿਰ ਕਦੀ ਵੀ ਅਸੀਂ ਕੁਛ ਹਾਸਲ ਕਰ ਸਕਦੇ ਨਹੀਂ। ਕੁਰਸੀਆਂ ਦੀ ਕਿਤਾਬ ਵਿੱਚ ਚਲੀਏ। ਕੁਰਸੀਆਂ ਦੀ ਕਿਤਾਬ ਦਾ 1 ਬਾਬ ਦੀ 27 ਆਇਤ ਵਿੱਚ ਮੈਂ ਦੱਸ ਰਿਹਾ ਕਿ ਆਪਣੀ ਚਾਲ ਨੂੰ ਕੀ ਕਰਨਾ ਸੀ। ਹਾਲੇਲੂਇਆ। 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 ਖਿਆਲ ਕਰਨਾ, ਥੋੜਾ ਜਿਹਾ ਦੱਸ ਰਿਹਾ ਕਿ ਅਸੀਂ ਆਪਣੇ ਚਾਲੇ ਨੂੰ ਕੀ ਕਰਨਾ, ਸੁਧਾਰਨਾ ਹੈ। ਜੇ ਬਦਲਿਆ ਤੇ ਨੂੰ ਕੀ ਕਰ ਲਈਏ? ਸੁਧਾਰ ਲਈ। ਜੇ ਕੋਈ ਚੀਜ਼ ਪੁਰਾਣੀ ਹੋਵੇ ਤਾਂ ਕੀ ਕਰ ਦਿੰਦਾ ਭਲਾ? ਉਹਦੀ ਰਿਪੇਅਰ ਕਰੀਦੀ ਕਿ ਨਹੀਂ ਕਰੀਦੀ? ਕਿਉਂ ਭਾਈ ਤਰਸੇਮ ਜੀ? ਹਾਂਜੀ, ਪੁਰਾਣੀ ਬਦਲਾ ਲਈ ਜੀ। ਹਾਂ, ਬਦਲਾ ਲਈ ਜੀ। ਉਹ ਬਦਲ ਦਿੰਦੀ ਹੈ ਨਾ। ਤੇ ਜੇ ਚਾਲਾ ਵਿਗੜਿਆ ਹੋਵੇ ਤੇ ਫਿਰ ਕੋਈ ਨਵਾਂ ਫਿਰਕਾ ਪਾ ਲਈਏ ਹੁਣ ਚਾਲਾ ਬਦਲਣ ਵਾਸਤੇ। ਕਹਿੰਦਾ ਬਲਕਿ ਨਵਾਂ ਖੁਦਾ ਦੇ ਰਸਤੇ ਤੇ ਚੱਲਣ ਵਾਸਤੇ ਕੋਈ ਫਿਰਕਾ ਬਦਲ ਦਈਏ ਹੁਣ। ਜੇ ਪੁਰਾਣਾ ਚਾਲਾ ਸੀਗਾ ਤਾਂ ਨਵਾਂ ਬਣਾ ਲਈਏ ਹੁਣ। ਤੇ ਜੇ ਪੁਰਾਣਾ ਹੀ ਰੱਖੀ ਜਾਈਏ, ਠੀਕ ਆ ਨਾ, ਤੇ ਫਿਰ ਉਹ ਇੱਕ ਦਿਨ ਖਰਾਬ ਹੋਣਾ ਹੀ ਹੈ ਨਾ ਚੰਗੀ ਤਰ੍ਹਾਂ। ਤੇ ਫਿਰ ਉੱਥੇ ਹੀ ਮੋਟਰਸਾਈਕਲ ਖੜਾ ਹੋਣਾ ਤੇ ਕਹਿਣਾ ਭਾਈ ਹੁਣ ਪਤਾ ਹੁੰਦਾ ਜੇ ਕਿਤੇ ਪੜਾ ਹੀ ਦਿੰਦੇ ਹਾਂ ਨਾ, ਸਾਡੀ ਗੱਡੀ ਵੀ ਕਿਤੇ ਤੇ ਹੋਏ ਖਰਾਬ ਹੋਈ। ਹਾਲੇਲੂਇਆ। 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 ਆ ਸੰਗਤ ਤਾਂ ਹੀ ਘੱਟ ਆਈ ਹੈ ਕਿ ਗੱਡੀ ਸਾਡੀ ਹੋਈ ਆ, ਖਰਾਬ ਹੋਈ। ਤੇ ਮੈਂ ਤਾਂ ਦੱਸਣ ਵਾਸਤੇ ਜਾ ਰਿਹਾ ਕਿ ਅਸੀਂ ਆਪਣੇ ਚਾਲੇ ਨੂੰ ਪੜ੍ਹ ਕੇ ਵੇਖੀ ਭਲਾ। ਬੜੀ ਆਪਣੀ ਜਿਹਨੂੰ ਮਿਲ ਗਿਆ ਹੈ। ਕੁਰਸੀਆਂ 1 ਬਾਬ ਦੀ 27 ਹੈ। ਜਿਨ੍ਹਾਂ ਨੂੰ ਪਰਮੇਸ਼ਵਰ ਨੇ ਮਿਹਨਤ ਕਰਨਾ ਚਾਹਿਆ। ਹਾਂਜੀ। ਭਾਈ ਪਰਾਈਆਂ ਕੌਮਾਂ ਵਿੱਚ ਇਸ ਭੇਟ ਦੇ ਧਨ ਦਾ ਪ੍ਰਤਾਪ ਕੀ ਹੈ? ਸੋ ਇਹ ਮਸੀਹ ਤੁਹਾਡੇ ਵਿੱਚ ਪ੍ਰਤਾਪ ਦੀ ਆਸ ਹੈ, ਜਿਹਦੀ ਅਸੀਂ ਖਬਰ ਦਿੰਦੇ ਹਾਂ ਅਤੇ ਹਰੇਕ ਮਨੁੱਖ ਨੂੰ ਚਿਤਾਰਦੇ। ਇਹ ਹਰ ਇੱਕ ਮਨੁੱਖ ਨੂੰ ਅਸੀਂ ਕੀ ਕਰਦੇ ਹਾਂ? ਇਹ ਤੁਹਾਨੂੰ ਚੇਤਾਵਨੀ ਵੀ ਦੇ ਰਹੇ ਸੀ, ਭਾਈ ਆਪਣੇ ਚਾਲੇ ਤੇ ਕੀ ਕਰੋ? ਤੁਸੀਂ ਧਿਆਨ ਦਿਓ। ਇਹ ਤੁਹਾਨੂੰ ਇੱਕ ਚੇਤਾਵਨੀ ਆ ਕਿ ਚਾਲੇ ਨੂੰ ਕੀ ਕਰਨਾ ਸੀ? ਸੁਧਾਰਨਾ। ਜੇ ਚਾਲੇ ਨੂੰ ਨਹੀਂ ਸੁਧਾਰਦੇ ਤੇ ਫਿਰ ਚਾਲਾ ਸਾਡਾ ਵਿਗੜ ਗਿਆ ਤੇ ਫਿਰ ਕੁਛ ਹੀ ਫਾਇਦਾ ਹੋ ਸਕਦਾ ਨਹੀਂ। ਜਲਦੀ ਅਸੀਂ ਫਿਲਪੀਆਂ ਦੀ ਕਿਤਾਬ ਦੇ ਵਿੱਚ ਜਲਦੀ ਪਰਮੇਸ਼ਰ ਦਾ ਪਵਿੱਤਰ ਵਚਨ ਜਿਹੜਾ ਸਾਨੂੰ ਕੋ ਦੱਸਦਾ ਹੈ ਕਿ ਅਸੀਂ ਆਪਣੇ ਚਾਲੇ ਤੇ ਕੀ ਕਰਨਾ ਹੈ। ਫਿਲਪੀਆਂ ਉਹਦਾ 1 ਬਾਬ ਉਹਦੀ 27 ਆਇਤ ਵਿੱਚ ਚੱਲ ਕੇ ਦੇਖੀਏ ਕਿ ਪਰਮੇਸ਼ਰ ਦਾ ਪਵਿੱਤਰ ਵਚਨ ਸਾਨੂੰ ਚਾਲੇ ਉੱਤੇ ਦੇ ਰਿਹਾ ਕੀ ਕਰਨਾ ਭਲਾ ਸੀ? ਆਪਣੇ ਚਾਲੇ ਨੂੰ ਸੁਧਾਰਨਾ। ਹਾਲੇਲੂਇਆ। ਥੋੜਾ ਮੇਰੇ ਨਾਲ ਖਿਆਲ ਕਰਨਾ, ਮੇਰੇ ਨਾਲ ਬਣੇ ਰਹਿਣਾ ਥੋੜਾ ਸਮਾਂ, ਤੇ ਬਾਅਦ ਵਿੱਚ ਤੁਹਾਨੂੰ ਚਾਹ ਪੜਾਉਂਦੇ ਆ, ਫਿਰ ਲੱਗੂਗੀ ਤੇਰੇ ਆਏ ਵੀ ਖਵਾਲਦੇ ਆ।
ਤੇ ਅਸੀਂ ਸਭ ਤੋਂ ਪਹਿਲਾਂ ਆਪਣੇ ਚਾਲੇ ਵੱਲ ਕੀ ਕਰਨਾ ਹੈ? ਧਿਆਨ ਕਰਨਾ। ਚਾਲਾ ਸਾਡਾ ਕਿੱਦਾਂ ਵਿਗੜਦਾ? ਪੜ੍ਹੀਏ ਸਾਹਿਬ ਨੂੰ ਭਲਾ। ਜਿਹੜੀ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਜੋਗ ਚਾਲ ਚੱਲੋ। ਨਿਰਾਈ ਇੱਕੋ ਹੀ ਚੀਜ਼ ਕਰਨੀ ਹੈ ਭਲਾ। ਇੱਥੇ ਕੀ ਲਿਖਿਆ ਹੈ? ਭਾਈ ਬੁੱਢਾ ਤੁਸੀਂ ਪੜੋ, ਉੱਥੇ ਕੁੜੀ ਨੇ ਹੱਥ ਰੱਖਿਆ। ਮੇਰੀ ਤੁਸੀਂ ਮਸੀਹ ਦੀ ਖੁਸ਼ਖਬਰੀ ਦੇ ਯੋਗ ਚਾਲ ਚੱਲੋ। ਜਿਹੜਾ ਮਸੀਹ ਦੀ ਖੁਸ਼ਖਬਰੀ ਦੇ ਅਨਸਾਰ ਕੀ ਚੱਲਣੀ ਅਸੀਂ? ਚਾਲ ਚੱਲਣੀ। ਅਸੀਂ ਮਸੀਹ ਦਾ ਪ੍ਰਚਾਰ ਸੁਣ ਰਹੇ ਨਾ, ਅਸੀਂ ਪ੍ਰਭੂ ਯਿਸੂ ਮਸੀਹ ਦੇ ਲੋਕ ਆ ਨਾ, ਤੇ ਚਾਲ ਕਿਹਦੀ ਚੱਲਣੀ? ਅਸੀਂ ਪ੍ਰਭੂ ਦੀ ਚਾਲ ਚੱਲਣੀ ਹੈ। ਮਸੀਹ ਦੇ ਲੋਕਾਂ ਤੇ ਮਸੀਹ ਦੀ ਚਾਲ ਚੱਲਣੀ ਆ, ਕਿਉਂਕਿ ਇੱਥੇ ਲਿਖਿਆ ਮੇਰੀ ਖੁਸ਼ਖਬਰੀ ਦੀ ਮਸੀਹ ਦੀ ਚਾਲ ਚੱਲੋ ਕਿ ਪ੍ਰਭੂ ਦੀ ਖੁਸ਼ਖਬਰੀ ਸੁਣੇ। ਅੱਗੇ ਪੜ੍ਹੀਏ ਭਲਾ। ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ, ਭਾਵੇਂ ਤੁਹਾਥੋਂ ਪਰੋਖੇ ਹੋਵਾਂ, ਪਰ ਤੁਹਾਡੀ ਇਹ ਵਿਥਿਆ ਸੁਣਾਵਾਂ ਬਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ ਅਤੇ ਇੱਕ ਮਨ ਹੋ ਕੇ ਖੁਸ਼ਖਬਰੀ ਦੀ ਵੇਚਾ ਲਈ ਯਤਨ ਕਰਦੇ। ਬਸ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚ ਲਿਖਿਆ ਕਿ ਖੁਸ਼ਖਬਰੀ ਦੇ ਵਿੱਚ ਅਸੀਂ ਕੀ ਬਣਨਾ ਭਲਾ? ਆਪਣੇ ਚਾਲੇ ਤੇ ਕੀ ਕਰਨਾ ਹੈ? ਧਿਆਨ ਦੇਣਾ ਹੈ। ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਆ ਤੇ ਇਹਦੇ ਤੇ ਅਸੀਂ ਕੀ ਦੇਣਾ ਹੈ? ਧਿਆਨ ਦੇਣਾ ਹੈ। ਅਸੀਂ ਬਹੁਤ ਸਾਰੇ ਪਰਮੇਸ਼ਰ ਦੇ ਪਵਿੱਤਰ ਨੂੰ ਸਿੱਖਦੇ ਆ ਰਹੇ ਵਚਨ ਨੂੰ ਕਿ ਆਪਣਾ ਚਾਲਾ ਸਹੀ ਕਰੀਏ, ਚਾਲਾ ਸੁਧਾਰੀਏ, ਚਾਲਾ ਸੁਧਰ ਜੇ ਤੇ ਫੇਰ ਇੱਕ ਦਿਨ ਅਸੀਂ ਜ਼ਰੂਰ ਸਵਰਗ ਦੇ ਵਿੱਚ ਚਲੇ ਜਾਵਾਂਗੇ। ਕਿਉਂਕਿ ਪਰਮੇਸ਼ਰ ਦਾ ਪਵਿੱਤਰ ਵਚਨ ਦੱਸਦਾ ਹੈ, ਇਫਸੀਆਂ ਦੀ ਕਿਤਾਬ ਉਹਦਾ 4 ਬਾਬ ਦੀ ਪਹਿਲੀ ਆਇਤ ਵਿੱਚ ਚੱਲਦੇ ਆ ਕਿ ਆਪਣੇ ਚਾਲੇ ਤੇ ਕੀ ਦੇਣਾ? ਅਸੀਂ ਇੱਕੋ ਚੌਕਾ ਮੇਰਾ ਕੀ ਦੇਣਾ ਅੱਜ ਆਪਣੇ ਚਾਲੇ ਤੇ? ਧਿਆਨ ਦੇਣਾ ਹੈ। ਕਿੰਨੇ ਲੋਕ ਜਿਹੜੇ ਆਪਣੇ ਚਾਲੇ ਤੇ ਧਿਆਨ ਅੱਜ ਦੇਣਗੇ? ਕਿੰਨੇ ਲੋਕ ਆਪਣੇ ਚਾਲੇ ਤੇ ਧਿਆਨ ਦੇਣਗੇ ਭਲਾ? ਅਸੀਂ ਆਪਣੇ ਚਾਲੇ ਤੇ ਕੀ ਕਰਨਾ ਹੈ? ਧਿਆਨ ਦੇਣਾ। ਜੇ ਅਸੀਂ ਆਪਣੇ ਚਾਲੇ ਤੇ ਧਿਆਨ ਨਹੀਂ ਦਿੰਦੇ ਤੇ ਫਿਰ ਡਿੱਗ ਪਾਵਾਂਗੇ। ਕਿਉਂਕਿ ਆਪਣੇ ਰਸਤੇ ਵੱਲ ਵੇਖਣਾ ਕਿ ਸਾਡਾ ਰਸਤਾ ਸਾਫ਼ ਹੈ ਕਿ ਗਾੜੀ ਕੋਈ ਪੱਥਰ ਜਾਂ ਰੋੜਾ ਆਇਆ ਹੈ। ਅਸੀਂ ਉਹਨਾਂ ਚੀਜ਼ਾਂ ਨੂੰ ਗਾੜੀਆਂ ਹਟਾ ਦੇਣਾ ਹੈ ਤੇ ਫਿਰ ਅਸੀਂ ਪ੍ਰਭੂ ਦੇ ਹਜ਼ੂਰ ਦੇ ਵਿੱਚ ਇੱਕ ਦਿਨ ਆਪਣੇ ਚਾਲੇ ਨੂੰ ਸੁਧਾਰ ਕੇ ਤੇ ਆਪਣੇ ਰਾਜ ਵਾਸਤੇ, ਪਰਮੇਸ਼ਰ ਦੇ ਰਾਜ ਵਾਸਤੇ ਹੋਣਾ ਹੈ, ਤਿਆਰ ਹੋਣਾ। ਕਿਉਂਕਿ ਪ੍ਰਭੂ ਦਾ ਵਚਨ ਜਿਹੜਾ ਬਹੁਤ ਅੱਛਾ ਹੈ ਕਿ ਉਹ ਚਾਲੇ ਦੇ ਬਾਰੇ ਦੱਸ ਰਿਹਾ ਕਿ ਚਾਲਾ ਸੁਧਰਨਾ ਚਾਹੀਦਾ। ਪੜ੍ਹੀਏ 4 ਦੀ 1 ਹੈ। ਹਾਂਜੀ, ਅਫਸੀਆਂ 4 ਬਾਬ ਦੀ ਪਹਿਲੀ ਹੈ। ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕਹਿੰਦੀ ਹਾਂ, ਹਾਂਜੀ, ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਠੀਕ। ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹਦੇ ਯੋਗ ਚਾਲ ਚੱਲੋ। ਜਿਹੜੇ ਸੱਦੇ ਨਾਲ ਤੁਸੀਂ ਸੱਦੇ ਗਏ ਉਹਦੇ ਨਾਲ ਕੀ ਚੱਲੋ? ਤੁਸੀਂ ਉਹਦੇ ਵਾਸਤੇ ਉਸੇ ਯੋਗ ਦੇ ਨਾਲ ਕੀ ਚੱਲੋ? ਚਾਲ ਚੱਲੋ। ਜਿਹੜੇ ਸੱਦੇ ਨਾਲ ਤੁਸੀਂ ਸੱਦੇ ਗਏ, ਪ੍ਰਭੂ ਨੇ ਤੁਹਾਨੂੰ ਆਪਣੇ ਕੰਮ ਵਾਸਤੇ ਬੁਲਾਇਆ ਤੇ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ? ਹੁਣ ਪ੍ਰਭੂ ਦੇ ਸੱਦੇ ਦੇ ਅਨੁਸਾਰ ਉਹਦੇ ਯੋਗ ਸਾਨੂੰ ਚਾਲ ਚੱਲਣੀ ਚਾਹੀਦੀ ਹੈ। ਤੇ ਜੇ ਅਸੀਂ ਆਪਣੀ ਚਾਲ ਨੂੰ ਨਹੀਂ ਪਛਾਣਦੇ ਤੇ ਫਿਰ ਕਦੀ ਵੀ ਅਸੀਂ ਧੋਖਾ ਖਾ ਸਕਦੇ। ਕੋਈ ਚਾਲਾ ਸੁਧਾਰਨਾ ਚਾਹੀਦਾ ਹੈ। ਪੜ੍ਹ ਕੇ ਵੇਖੀਏ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਕੁਰਸੀਆਂ ਦੀ ਕਿਤਾਬ ਦਾ 1 ਬਾਬ 10ਵੀਂ ਆਇਤ ਵਿੱਚ ਕਿ ਆਪਣੇ ਚਾਲੇ ਨੂੰ ਕੀ ਕਰਨਾ ਹੈ? ਸੁਧਾਰਨਾ ਹੈ। ਆਪਣੇ ਚਾਲੇ ਨੂੰ, ਹਾਲੇਲੂਇਆ, ਆਪਣੇ ਚਾਲੇ ਨੂੰ ਕੀ ਕਰਨਾ? ਅਸੀਂ ਚਾਲਾ ਸਮਝੇ ਕੀ ਹੁੰਦਾ ਵਾ? ਜਿਹਨੂੰ ਚਾਲ ਚੱਲਣ ਵੀ ਕਹਿ ਸਕਦੇ ਹਾਂ। ਬਾਈਬਲ ਵਿੱਚ ਲਿਖਿਆ ਬੁਰੀ ਸੰਗਤ ਚੰਗੇ ਚਾਲ ਚੱਲਣ ਨੂੰ ਕੀ ਕਰ ਦਿੰਦੀ ਹੈ? ਵਿਗਾੜ ਦਿੰਦੀ। ਬੁਰੀ ਸੰਗਤ ਕੀ ਕਰਦੀ ਹੈ? ਚੰਗੇ ਚਾਲ ਚੱਲਣ ਨੂੰ ਵਿਗਾੜ ਦਿੰਦੀ ਹੈ। ਜੇ ਤੁਸੀਂ ਬੁਰੀ ਸੰਗਤ ਵਿੱਚ ਜਾ ਕੇ ਬਹਿ ਜਾਓਗੇ ਤੇ ਤੁਹਾਡਾ ਚਾਲਾ ਆਪਣੇ ਆਪ ਹੀ ਕਹਿੰਦਾ ਮਤਲਬ ਕਿ ਸ਼ੈਤਾਨ ਦੇ ਵੱਲ ਚਲੇ ਜਾਣਾ ਹੈ। ਤੁਸੀਂ ਪਰਮੇਸ਼ਰ ਦੀ ਬੰਦਗੀ ਕਰੋਗੇ, ਪਰਮੇਸ਼ਰ ਦੇ ਲੋਕਾਂ ਵਿੱਚ ਬਹੋਗੇ, ਪਤਵੰਤ ਲੋਕਾਂ ਵਿੱਚ ਬਹੋਗੇ ਤੇ ਤੁਹਾਡਾ ਚਾਲਾ ਹੀ ਆਪੇ ਸੁਧਰ ਜਾਣਾ। ਤੁਸੀਂ ਪਰਮੇਸ਼ਰ ਦੇ ਨਾਲ ਆਪਣੀ ਚਾਲ ਨੂੰ ਕੀ ਕਰਨਾ ਹੈ? ਸੁਧਾਰ ਲੈਣਾ। ਪੜ੍ਹ ਕੇ ਦੇਖੀਏ 1 ਦੀ 10 ਹੈ। ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਹਾਂਜੀ, ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ। ਇਹੋ ਜੀ ਯੋਗ ਚਾਲ ਚੱਲਣੀ ਚਾਹੀਦੀ। ਕਿੱਦਾਂ ਨਹੀਂ ਭਲਾ? ਬੋਲੀਏ। ਇੱਕ ਵਾਰੀ ਬੇਟਾ ਹੋਰ ਪੜ੍ਹ ਕੇ ਸੁਣਾ ਦੇ। ਤਾਂ ਜੋ ਤੁਸੀਂ ਅਜਿਹੀ ਯੋਗ ਚਾਲ ਚੱਲੋ ਹਾਂਜੀ, ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਨਾਲ ਭਾਵੇ। ਕਹਿੰਦਾ ਇਹੋ ਜੀ ਚਾਲ ਚੱਲਣੀ ਕਿ ਜਿਹੜੀ ਪ੍ਰਭੂ ਨੂੰ ਹਰ ਤਰ੍ਹਾਂ ਦੇ ਨਾਲ ਕੀ ਕਰੇ? ਹਰ ਤਰ੍ਹਾਂ ਦੇ ਨਾਲ। ਕਹਿੰਦਾ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਹੀ ਜਿੱਦਾਂ ਵੀ ਅਸੀਂ ਚੱਲਦੇ ਹਾਂ ਪ੍ਰਭੂ ਨੂੰ ਉਹਦਾ ਚਾਲ ਸਾਡੀ ਕੀ ਕਰੇ? ਪਸੰਦ ਆਵੇ। ਤੇ ਜੇ ਅਸੀਂ ਚਾਲ ਚੱਲਦੇ ਆ ਕੁਝ ਹੋਰ ਤੇ ਧੰਨਵਾਦ ਅਸੀਂ ਯਿਸੂ ਮਸੀਹ ਦਾ ਕਰਦੇ ਹਾਂ, ਕਦੀ ਵੀ ਉਹਦਾ ਫਾਇਦਾ ਹੋ ਸਕਦਾ ਨਹੀਂ। ਕਿਉਂਕਿ ਅਸੀਂ ਸਾਰੇ ਲੋਕ ਜਿਹੜੇ ਆ ਬੁੱਧਵਾਨ ਬਣਨਾ ਹੈ। ਅਸੀਂ ਦੁਆ ਕਰਦੇ ਕਿਹੜੀ ਚੀਜ਼ ਖੁਦਾ ਦੇ ਕੋਲੋਂ ਮੰਗਦੇ ਆ? ਬੋਲੀਏ ਬੋਲੀਏ। ਕਿੰਨੇ ਲੋਕ ਦੁਆ ਕਰਦੇ ਆ? ਕਿੰਨੇ ਲੋਕ ਪ੍ਰਭੂ ਦੇ ਅੱਗੇ ਦੁਆ ਕਰਦੇ? ਸਵੇਰੇ ਸਵੇਰੇ ਸ਼ਾਮ ਨੂੰ ਕਿੰਨੇ ਲੋਕ ਕਰਦੇ ਆ? ਅਸੀਂ ਸਾਰੇ ਦੁਆ ਕਰਦੇ ਆ ਤੇ ਕਿਹੜੀ ਚੀਜ਼ ਮੰਗਦੇ ਅਸੀਂ? ਅਕਲ ਤੋਂ ਬੁੱਧ ਮੰਗਦੇ ਹਾਂ, ਕਿੰਨੇ ਲੋਕ ਬੁੱਧ ਮੰਗਦੇ? ਸਾਰੇ ਬੁੱਧ ਥੋੜੇ ਮੰਗਦੇ ਆ। ਇਹ ਮੋਟਰਸਾਈਕਲ ਮੰਗਦੇ ਆ। ਤੁਸੀਂ ਜਦੋਂ
ਦੁਆ ਕਰਦੇ ਤੁਸੀਂ ਕੀ ਮੰਗਦੇ? ਸੱਚ ਬੋਲੇ, ਝੂਠ ਨਾ ਬੋਲੇ। ਜਿੰਨੇ ਝੂਠ ਬੋਲਿਆ ਖੁਦਾ ਦੇ ਹਜ਼ੂਰ ਵਿੱਚ ਤੁਸੀਂ ਦੁਆ ਕਰਦੇ ਤੁਸੀਂ ਕੀ ਮੰਗਦੇ ਖੁਦਾ ਕੋਲ? ਜਿਹੜੀ ਚੀਜ਼ ਮੰਗਦੇ ਉਹ ਦੱਸਣੀ ਆ। ਆਪਾਂ ਅਕਲ ਬੁੱਧ ਮੰਗਦੇ ਤੁਸੀਂ ਅਕਲ ਬੁੱਧ ਤੁਹਾਡੀ ਅਕਲ ਬੁੱਧ ਦਾ ਪਹਿਲਾਂ ਹੀ ਪਤਾ ਕਿ ਜਿਹੜੀ ਜਿਹਦੇ ਕੋਲ ਅਕਲ ਬੁੱਧ ਹੈਗੀ ਆ ਨਾ, ਉਹਦਾ ਦਰਖਤ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਤੈਨੂੰ ਕੀ ਲੱਗਾ ਹੈਗਾ। ਕਿਹੜੀ ਚੀਜ਼ ਲੱਗੀ? ਜਦੋਂ ਦਰਖਤ ਲੱਗਦਾ ਹੈ ਨਾ, ਦਰਖਤ ਉੱਗਦਾ ਹੈ ਤੇ ਉਹਦੇ ਫਲਾਂ ਤੋਂ ਵੀ ਲੱਗ ਜਾਂਦਾ ਹੈ। ਠੀਕ ਆ ਨਾ? ਤੇ ਉਹ ਦਰਖਤ ਆਵਾਜ਼ ਮਾਰਦਾ ਕਿ ਮੈਨੂੰ ਸੇਬ ਲੱਗੇ ਆ। ਉਹ ਕਦੀ ਵੀ ਇਹ ਦੱਸੂਗਾ ਨਹੀਂ ਮੈਨੂੰ ਸੇਬ ਲੱਗੇ। ਜਿਨ੍ਹਾਂ ਦੇ ਕੋਲ ਬੁੱਧ ਵਾ ਨਾ, ਹਾਲੇਲੂਇਆ, ਜਿਹੜੇ ਬੁੱਧ ਮੰਗਦੇ ਆ ਨਾ, ਫਿਰ ਉਹਨਾਂ ਦੇ ਬੱਚੇ ਵੀ ਕੀ ਹੋ ਜਾਂਦੇ ਆ? ਬੁੱਧਵਾਨ ਬਣ ਜਾਂਦੇ ਆ। ਇਹ ਵੀ ਖਿਆਲ ਕਰਨਾ। ਤੇ ਜਿਹੜੇ ਖੁਦਾ ਕੋ ਮੋਟਰਸਾਈਕਲ ਮੰਗਦੇ ਉਹਦੇ ਬੱਚੇ ਵੀ ਮੋਟਰਸਾਈਕਲ ਦਾ ਕੋ ਮੰਗਦੇ ਆ। ਜਿਹੜੇ ਖੁਦਾ ਦੇ ਕੋਲ ਬੁੱਧ ਮੰਗਣਗੇ ਨਾ, ਤੁਹਾਨੂੰ ਪਤਾ ਬਾਈਬਲ ਵਿੱਚ ਲਿਖਿਆ ਕਿ ਬੁੱਧਵਾਨ ਨੇ ਕੀ ਕੀਤਾ ਸੀ ਭਲਾ? ਬੁੱਧਵਾਨ ਇਸਤਰੀ ਨੇ ਕੀ ਕੀਤਾ ਸੀ? ਆਪਣਾ ਘਰ ਬਣਾਇਆ ਸੀਗਾ, ਹੈ ਨਾ? ਤੇ ਫਿਰ ਜਿਹੜੀ ਮੂਰਖਣੀ ਸੀ ਉਹ ਵੀ ਤੀਵੀਂ ਸੀ ਨਾ, ਉਹਨੇ ਕੀਤਾ ਸੀਗਾ ਆਪਣੇ ਹੱਥੀਂ ਆਪਣੇ ਘਰ ਨੂੰ ਕੀਤਾ ਸੀਗਾ, ਢਾਹ ਲਿਆ ਸੀਗਾ। ਜਿਹੜਾ ਇਨਸਾਨ ਬੁੱਧਵਾਨ ਆ ਉਹਦੇ ਬੱਚੇ ਵੀ ਆ, ਉਹਦੇ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਕਿ ਆਪ ਬੁੱਧ ਮੰਗਦਾ ਖੁਦਾ ਦੇ ਕੋਲੋਂ ਬੱਚੇ ਵੀ ਕੀ ਹੈ ਇਹਦੇ ਬੁੱਧਵਾਨ। ਠੀਕ ਹੈ ਨਾ? ਬੁੱਧ ਦਾ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇਹ ਬੱਚੇ ਜਿਹੜੇ ਹੈ ਕਿਸ ਤਰ੍ਹਾਂ ਦੇ ਹੈ। ਉਹ ਫਲਾਂ ਤੋਂ ਪਛਾਣ ਲੱਗ ਜਾਂਦੀ ਹੈ। ਤੇ ਆਓ ਚੱਲ ਕੇ ਦੇਖੀਏ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕਿ ਅਸੀਂ ਬੁੱਧਵਾਨ ਬਣਨਾ ਹੈ। ਦੂਜੇ ਨੰਬਰ ਤੇ ਗੱਲ ਸਾਡੀ ਪਹਿਲੇ ਟੌਪਿਕ ਚੱਲ ਰਿਹਾ ਸਾਡਾ ਕਿ ਅਸੀਂ ਇੱਕ ਚਾਲੇ ਤੇ ਕੀ ਦੇਣਾ? ਧਿਆਨ ਦੇਣਾ। ਚੱਲਦੇ ਅਸੀਂ ਜ਼ਬੂਰਾਂ ਦੀ ਕਿਤਾਬ ਵਿੱਚ 119 ਉਹਦੀ 9 ਆਇਤ ਲਈ ਬਸ ਇਹ ਲਾਸਟ ਹੀ ਆਤਮਾ ਦੱਸ ਕੇ ਤੇ ਤੁਹਾਨੂੰ ਫਿਰ ਪਰਮੇਸ਼ਰ ਦੇ ਵਚਨ ਦੇ ਵਿੱਚ ਕੁਝ ਹੋਰ ਦੱਸਣਾ ਕਿ ਸਾਡੇ ਅੱਜ ਬਪਤਿਸਮੇ ਵੀ ਹੋਣੇ ਆ ਕਿ ਜਿਨ੍ਹਾਂ ਲੋਕਾਂ ਨੇ ਬਪਤਿਸਮੇ ਲੈਣੇ ਉਹਨਾਂ ਵੀ ਥੋੜਾ ਜਿਹਾ ਪ੍ਰਭੂ ਦਾ ਵਚਨ ਦੇਣਾ। ਇਹ ਸਿਰਫ ਤੁਹਾਡੇ ਚਾਲੇ ਦੇ ਬਾਰੇ ਮੈਂ ਦੱਸ ਰਿਹਾ। ਕਿੰਨੇ ਲੋਕ ਆ ਜਿਨ੍ਹਾਂ ਦਾ ਚਾਲਾ ਵਿਗੜਿਆ? ਭਾਈ ਹਿਜ਼ਕੀ ਜੀ, ਮੈਂ ਸਾਰਿਆਂ ਨੂੰ ਪੁੱਛ ਰਿਹਾ ਕਿੰਨੇ ਲੋਕ ਇਹਨਾਂ ਦਾ ਚਾਲਾ ਵਿਗੜਿਆ? ਹੁਣ ਕਿਹਨੂੰ ਦੱਸਣਾ ਹੀ ਨਹੀਂ ਤਾਂ ਪਤਾ ਦੱਸ। ਠੀਕ ਹੈ ਨਾ? ਚਾਲਾ ਵਿਗੜਦਾ ਪਤਾ ਤੁਸੀਂ ਕੀ ਕਿੱਦਾਂ ਤੁਹਾਡਾ ਚਾਲਾ ਵਿਗੜ ਜਾਂਦਾ? ਚਾਲੇ ਵਿਗੜੇ ਤਾਂ ਕਦੀ ਵੇਖਿਆ ਤੁਸੀਂ ਕਿੱਦਾਂ ਸ਼ਾਮ ਨੂੰ ਚਾਲੇ ਸਾਰੇ ਵਿਗੜ ਜਾਣੇ ਆ? ਹਾਂ, ਵਿਗੜਦਾ ਕਿ ਸ਼ਾਮ ਚਾਲੇ ਸ਼ਾਮ ਨੂੰ ਵਿਗੜਦੇ ਆ ਕਿ ਜਦੋਂ ਬੰਦਾ ਕਹਿੰਦਾ ਮਤਲਬ ਕਿ ਇੱਕ ਕੱਪ ਨਾਲ ਕੋਈ ਫਰਕ ਨਹੀਂ ਪਿਆ ਫਿਰ ਦੂਜਾ ਪੀ ਲੈਣਾ ਉਹਨੇ ਤੇ ਫਿਰ ਤੀਜਾ ਪੀ ਲੈਣਾ, ਫਿਰ ਤੀਜੇ ਦੂਜੇ ਨਾਲ ਵੀ ਕੋਈ ਫਰਕ ਨਹੀਂ ਪਿਆ, ਤੀਜੇ ਨਾਲ ਪੈਣਾ ਫਰਕ ਹੈ। ਫਿਰ ਜਦੋਂ ਪਤਾ ਲੱਗਦਾ ਕਿ ਜਦੋਂ ਬੰਦਾ ਫਿਰ ਦੂਰੋਂ ਹਿਲਾ ਰਿਹਾ ਖਾਂਦਾ ਹੁੰਦਾ। ਸਾਡੇ ਪਿੰਡ ਇੱਕ ਬੰਦਾ ਸੀ, ਉਹ ਪਤਾ ਕੀ ਕਰਦਾ ਹੁੰਦਾ ਸੀ? ਉਹਨੇ ਜੱਟਾਂ ਦੇ ਮਹੱਲੇ ਉਹਦੇ ਚੰਗਾ ਭਲਾ ਆ ਜਾਣਾ ਤੇ ਜਦੋਂ ਉਹਨੇ ਆਪਣੇ ਮਹੱਲੇ ਚਾੜ ਕੇ ਵੜਨਾ ਤੇ ਉਹਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿਆ, ਫੜ ਲਓ ਕੋਈ ਮੈਨੂੰ ਕਿ ਮਾਈ ਦਾ ਲਾਦਾ ਹੈਗਾ ਤੇ ਫੜ ਲਿਆ। ਲੋਕਾਂ ਨੂੰ ਪਤਾ ਲੱਗਣਾ ਕਿ ਸੱਚ ਮੁੱਚ ਇਹਨੇ ਅੱਜ ਕੀ ਕੀਤਾ ਆ, ਇਹਦੀ ਚਾਲ ਕੀ ਆ, ਵਿਗੜੀ ਹੋਈ। ਪਿੱਛੇ ਚੰਗਾ ਜਿੱਥੋਂ ਜੁੱਤੀਆਂ ਪੈਣੀਆਂ ਉੱਥੋਂ ਬਿਲਕੁਲ ਸਾਫ਼ ਸੁਥਰਾ ਆ ਜਾਣਾ ਤੇ ਜਿੱਥੋਂ ਲੋਕਾਂ ਨੇ ਕਹਿਣਾ ਚੱਲ ਸਾਡਾ ਚਾਚਾ ਹੀ ਆ ਯਾਰ, ਇਹਨੂੰ ਧਾਕੇ ਅੰਦਰ ਵਾੜਦੀ, ਉੱਥੇ ਆਣ ਕੇ ਰੌਲਾ ਪਾਉਣਾ ਸ਼ੁਰੂ ਕਰ। ਮੇਰੇ ਕਹਿਣ ਦਾ ਮਤਲਬ ਕਿ ਚਾਲ ਵਿਗੜ ਗਈ। ਅਸੀਂ ਪੀ ਕੇ ਰੋਜ਼ ਆਪਣੇ ਬੱਚਿਆਂ ਦੀ ਚਾਲ ਵੀ ਵਿਗਾੜ ਦਿੰਦੇ। ਸੋਚੋ ਨਾ ਕਿ ਮੇਰੀ ਵਿਗੜੀ ਤੇ ਬੱਚਿਆਂ ਦੀ ਨਹੀਂ ਵਿਗੜਦੀ, ਸਾਡੇ ਬੱਚਿਆਂ ਦੀ ਵੀ ਚਾਲ ਨਾਲ ਵਿਗੜ ਜਾਂਦੀ ਹੈ। ਜੇ ਗਾਲਾਂ ਕੱਢਦੇ ਆ ਤੇ ਬੱਚੇ ਵੀ ਸਿੱਖ ਲੈਂਦੇ ਹੈ। ਜੇ ਅਸੀਂ ਗਲਤ ਕੰਮ ਕਰਦੇ ਆ ਤੇ ਸਾਡੇ ਬੱਚੇ ਵੀ ਨਾਲ ਗਲਤ ਕੰਮ ਸਿੱਖ ਲੈਂਦੇ। ਚੰਗਾ ਕੰਮ ਕਰੋਗੇ ਤੇ ਚੰਗਾ ਕੰਮ ਸਾਡੇ ਬੱਚੇ ਕੀ ਕਰਨਗੇ? ਤੁਹਾਨੂੰ ਪਤਾ ਮੇਰੇ ਕਿੰਨੇ ਬੱਚੇ ਆ? ਬੋਲੋ ਕਿੰਨੇ ਬੱਚੇ ਮੇਰੇ? ਹਾਂ, ਹੁਣ ਮੇਰੇ 8 ਬੱਚੇ ਆ। ਕਿੱਦਾਂ ਭਲਾ? 8 ਤੋਂ ਵੀ ਜ਼ਿਆਦਾ ਹੀ ਹੈ ਨਾ? ਤੇ ਜ਼ਿਆਦਾ ਹੋ ਗਿਆ। ਹਾਲੇਲੂਇਆ। ਅਸੀਂ ਜਿਹੜੇ ਮੇਨ ਮੈਂਬਰ ਆ 8ਵਾਂ ਦੋਨੇ ਜੀ ਇਹ ਆ ਤੇ 3 ਬੱਚੇ ਕਿੰਨੇ ਹੋ ਗਏ? 5 ਹੋ ਗਏ ਤੇ 8 ਮੇਰੀਆਂ ਆਪਣੇ 4 ਬੱਚੇ ਦੂਜੇ ਹੋ ਗਏ ਛੋਟੇ ਤੇ 3 ਮੇਰੀਆਂ ਨਵਾਂ ਹੋ ਗਈਆਂ ਤੇ ਕਿੰਨੇ ਬਣ ਗਏ ਸਾਰੇ? ਹਾਂ 12 ਹੋ ਗਏ। ਨਹੀਂ 8 ਤੇ ਹੀ ਹੋ ਗਏ ਬੜੇ ਬੜੇ 12 ਹੋ ਗਏ। 4 ਛੋਟੇ ਹੋ ਗਏ। 4 ਛੋਟੇ 12 ਠੀਕ ਹੈ ਨਾ? ਹਾਲੇਲੂਇਆ। ਹੁਣ ਤੁਸੀਂ ਖਿਆਲ ਕਰਨਾ ਮੈਂ ਤੁਹਾਨੂੰ ਕਿਉਂ ਇਹ ਗੱਲ ਤੇ ਲੈ ਕੇ ਚੱਲਿਆ। ਮੈਂ ਆਪਣੇ ਪ੍ਰਭੂ ਦੀ ਮਹਿਮਾ ਕੀਤੀ, ਬੱਚਿਆਂ ਨੂੰ ਗੱਲ ਸਿਖਾਈ। ਮੈਂ ਹਮੇਸ਼ਾ ਮੈਂ ਦੱਸਦਾ ਹਾਂ, ਅੱਜ ਵੀ ਸਵੇਰੇ ਕਿਹਨਾਂ ਗੱਲ ਕਰਦੇ ਹਾਂ ਕਿ ਮੈਂ ਲੜਕੀਆਂ ਤੋਂ ਜ਼ਿਆਦਾ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਹੈ। ਹਾਲੇਲੂਇਆ। ਕਿਤੋਂ ਜ਼ਿਆਦਾ ਭਲਾ?
ਉਹਨਾਂ ਲੋਕੀ ਲੜਕੀਆਂ ਦਾ ਖਿਆਲ ਨਹੀਂ ਰੱਖਦੇ ਹੋਣਗੇ ਜਿੰਨਾ ਮੈਂ ਇਹਦੀ ਚਾਲ ਵਾਲ ਵੇਖਿਆ ਸੀਗਾ। ਆ ਬੇਟਾ ਬੈਠਾ ਵਾ ਦੁਬਈ ਦੇ ਵਿੱਚ ਸੀਗਾ, ਹੈਗੇ ਤੇਰੀ ਸ਼ਾਦੀ ਕਰਦੇ, ਕਹਿੰਦਾ ਮੈਂ ਨਹੀਂ ਸ਼ਾਦੀ ਕਰਾਉਣੀ ਅਜੇ। ਸਾਨੂੰ ਪਤਾ ਸੀਗਾ ਵੀ ਚਾਲ ਬੱਚੇ ਦੀ ਵਿਗੜ ਗਈ, ਮੁੜ ਕੇ ਸਾਂਭਣਾ ਔਖਾ ਹੋ ਜਾਂਦਾ ਹੈ। ਅਸੀਂ ਸੱਦਿਆ ਦੁਬਈ ਤੋਂ, ਇਹਦੀ ਸ਼ਾਦੀ ਕੀਤੀ। ਕਿਉਂ ਭਲਾ ਬੋਲੋ, ਕਿਉਂ ਸ਼ਾਦੀ ਕੀਤੀ ਇਹਦੀ? ਨਹੀਂ ਇਹ ਮੰਨੇ ਜਾਂ ਨਾ ਮੰਨੇ ਹਾਂ, ਚਾਲ ਸਹੀ ਹੋ ਗਈ ਪਰ ਅਸੀਂ ਇਹਦੀ ਚਾਲ ਨੂੰ ਸੁਧਾਰਨ ਵਾਸਤੇ ਇਹਦੀ ਕੀ ਕੀਤੀ ਸੀਗੀ ਕਿ ਬੱਚੇ ਦੀ ਚਾਲ ਨਾ ਵਿਗੜੇ। ਪਰ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਆਪਣੇ ਚਾਲੇ ਤੇ ਵਿਆਹੇ ਵੀ ਨਹੀਂ ਧਿਆਨ ਰੱਖਦੇ, ਤੁਹਾਨੂੰ ਪਤਾ ਕਿ ਕਈ ਸੇਵਕਾਂ ਦੀ ਚਾਲ ਵਿਗੜ ਗਈ ਤੁਹਾਡੇ ਹੁੰਦਿਆਂ। ਸੇਵਕਾਂ ਦੀ ਚਾਲ ਵੀ ਕੀ ਹੋ ਗਈ? ਵਿਗੜ ਗਈ, ਕਿਉਂਕਿ ਉਹਨੇ ਆਪਣੇ ਚਾਲੇ ਨੂੰ ਨਹੀਂ ਸੁਧਾਰਿਆ। ਜਿਹੜਾ ਸੇਵਕ ਆਪਣੇ ਚਾਲੇ ਨੂੰ ਨਹੀਂ ਸੁਧਾਰਦਾ, ਉਹਦੇ ਬੱਚੇ ਵੀ ਆਪਣੇ ਚਾਲੇ ਨੂੰ ਸੁਧਾਰ ਸਕਦੇ। ਤੁਹਾਨੂੰ ਪਤਾ ਕਿ ਜੜ ਕੌੜੀ ਹੁੰਦੀ ਕਿ ਜੜ ਮਿੱਠੀ ਹੁੰਦੀ ਹੈ? ਦਰਖਤ ਕਿੱਦਾਂ ਦੇ ਹੁੰਦੇ ਆ? ਪਾਤ ਦੇ ਦਰਖਤ ਹੁੰਦੇ ਆ ਨਾ, ਤੇ ਜਿਹੜੇ ਦਰਖਤ ਦੀ ਜੜ ਮਿੱਠੀ ਆ ਉਹਦੇ ਪੱਤੇ ਵੀ ਕੀ ਹੁੰਦੇ ਆ, ਤੇ ਜਿਹੜੇ ਦਰਖਤ ਦੀ ਜੜ ਕੌੜੀ ਆ ਉਹਦੇ ਪੱਤੇ ਵੀ ਕੀ ਹੁੰਦੇ? ਕੌੜੇ ਹੁੰਦੇ ਆ। ਠੀਕ ਆ ਨਾ? ਇਸ ਖਿਆਲ ਕਰਨਾ। ਇੱਕ ਤੁਸੀਂ ਡੇਕ ਦਰਖਤ ਵੇਖਿਆ, ਜੋ ਧਰੇਕ ਵੀ ਬੋਲ ਦਿੰਦੇ, ਡੇਕ ਵੀ ਬੋਲ ਦਿੰਦੇ, ਉਹ ਵੇਖਿਆ ਨਾ, ਤੇ ਉਹਦੇ ਫਲ ਕਿੱਦਾਂ ਦੇ ਹੁੰਦੇ ਆ? ਉਹਦੇ ਫਲ ਕਿਉਂ ਕੌੜੇ ਹੁੰਦੇ ਭਲਾ? ਉਹਦੀ ਜੜ ਕੀ ਆ? ਉਹਦੇ ਪੱਤੇ ਵੀ ਕੀ ਹੁੰਦੇ ਹੈ? ਉਹਦੇ ਜਿਹੜਾ ਫਲ ਉਹ ਵੀ ਕੀ ਹੁੰਦਾ ਹੈ? ਕੌੜਾ ਹੈ। ਕਹਿੰਦੇ ਮਤਲਬ ਕਿ ਸਾਰੇ ਦਾ ਸਾਰਾ ਕੀ ਹੁੰਦਾ? ਉਹ ਕੌੜਾ ਹੈ। ਕਰੇਲਾ ਵੇਖਿਆ ਤੁਸੀਂ ਕਦੀ? ਹੈ ਨਾ? ਇਸਕੀ ਕਰੇਲਾ ਖਾਧਾ ਕਦੀ ਤੁਸੀਂ? ਕਰੇਲਾ ਕੋਈ ਕੌੜਾ ਹੁੰਦਾ ਹੈ? ਬੋਲੋ। ਕਰੇਲਾ ਭਾਵੇਂ ਜਿੰਨੇ ਮਰਜ਼ੀ ਤੀਰਥ ਨਾ ਆਵੇ, ਕਰੇਲੇ ਨੂੰ ਤੁਸੀਂ ਜਿੱਦਾਂ ਮਰਜ਼ੀ ਸਾਬਣ ਨਾਲ ਧੋ, ਕਰੇਲਾ ਕੌੜਾ ਦਾ ਕੌੜਾ ਹੀ ਨਿਕਲਦਾ। ਕਰੇਲਾ ਕਿਉਂ? ਕਰੇਲਾ ਕੀ ਹੁੰਦਾ? ਉਹਦੇ ਵਿੱਚ ਕੌੜੀ ਯਾਰ ਹੁੰਦੀ ਆ, ਕੌੜਾਪਨ ਹੁੰਦਾ ਹੈ। ਪਰ ਕਰੇਲੇ ਨੂੰ ਬਣਾਇਆ ਜਾਂਦਾ ਹੈ, ਕਰੇਲੇ ਦੀ ਤਕਦੀਰ ਬਦਲੀ ਜਾਂਦੀ ਹੈ, ਕਰੇਲੇ ਨੂੰ ਬਦਲਿਆ ਜਾਂਦਾ, ਫੇਰ ਕਰੇਲਾ ਖਾਣ ਵਾਲਾ ਬਣਦਾ ਹੈ। ਕਿੱਦਾਂ ਬਦਲਿਆ ਜਾਂਦਾ ਉਹਨੂੰ? ਉਹਦਾ ਚਾਲਾ ਕਿੱਦਾਂ ਸੁਧਾਰਦੇ ਆ? ਫੇਰ ਪਹਿਲਾਂ ਉਹਦੀ ਜਿਹੜੀ ਕੌੜੀ ਉਹ ਕੀ ਕਰਦੇ ਅਸੀਂ? ਉਹਦੀ ਸਫਾਈ ਕਰਦੇ। ਤੋਂ ਕਹਿੰਦਾ ਮਤਲਬ ਉਹਦੀ ਕੀ ਕਰਦੇ ਅਸੀਂ? ਸਫਾਈ ਕਰਦੇ ਆ। ਕਰੇਲੇ ਦੀ ਸਫਾਈ ਕਰਦੇ ਆ, ਤੇ ਕਰੇਲੇ ਦੇ ਬਾਅਦ ਵਿੱਚ ਕੀ ਕਰਦੇ ਅਸੀਂ? ਚੀਰ ਪਾੜ ਕਰ ਫੇਰ ਕਰੇਲਾ ਜਿਹੜਾ ਚੀੜ ਪਾਰ ਕਰਦੇ ਨਾਲ ਨਹੀਂ ਬਣਦਾ ਵਧੀਆ। ਕਰੇਲੇ ਦੀ ਛਿੱਲ ਨਾਲ ਕਦੀ ਨਹੀਂ ਬਣਦਾ। ਕਰੇਲੇ ਨੂੰ ਪਹਿਲਾਂ ਨਮਕ ਵੀ ਲਾਉਣਾ ਪੈਂਦਾ, ਫੇਰ ਉਹਨੂੰ ਧੁੱਪੇ ਰੱਖਦੇ ਆ, ਚੰਗੀ ਤਰ੍ਹਾਂ ਉਹਦੀ ਮੱਤ ਮਾਰ ਕੇ, ਤੇ ਫੇਰ ਉਹਨੂੰ ਕੜਾਹੀ ਵਿੱਚ ਪਾਉਂਦੇ ਆ, ਹੈਨਾ, ਤੇਲ ਦੇ ਵਿੱਚ, ਤੇ ਫੇਰ ਉਹ ਕਦੇ ਖਾਣ ਦੇ ਯੋਗ ਬਣਦਾ ਹੈ। ਕਿੰਨੀ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ, ਸਮਝੀ ਗੱਲ? ਇਸੇ ਤਰੀਕੇ ਨਾਲ ਸਾਡਾ ਜੀਵਨ ਆ। ਜੇ ਅਸੀਂ ਆਪਣੇ ਵਿੱਚੋਂ ਖਮੀਰ ਕੱਢਣਾ, ਕੌੜਾਪਨ ਕੱਢਣਾ, ਫਿਰ ਅਸੀਂ ਆਪਣੀ ਜ਼ਹਿਰ ਖਤਮ ਕਰਨੀ ਆ ਪੁਰਾਣੀ ਸ਼ੈਤਾਨ ਵਾਲੀ, ਤੇ ਫਿਰ ਸਾਨੂੰ ਕਿ ਯਿਸੂ ਮਸੀਹ ਦੇ ਅਧੀਨ ਹੋਣਾ ਪਏਗਾ। ਅਧੀਨ ਹੋਣਾ ਪਏਗਾ, ਤੇ ਯਿਸੂ ਮਸੀਹ ਦੇ ਵਿੱਚ ਜਦੋਂ ਅਸੀਂ ਆ ਗਏ, ਤੇ ਫਿਰ ਯਿਸੂ ਮਸੀਹ ਦਾ ਕੰਮ ਆ ਕਿ ਉਹ ਸਾਨੂੰ ਕਿੱਦਾਂ ਸੁਧਾਰ ਸਕਦਾ। ਕੱਪੜੇ ਪਾਏ ਤੁਸੀਂ, ਹੁਣ ਕੱਪੜੇ ਪਾਏ ਨਾ ਤੁਸੀਂ, ਵਧੀਆ ਵਧੀਆ ਪਾਏ ਆ। ਇਹ ਕੱਪੜੇ ਕਿੰਨੇ ਸੀਤੇ ਸੀ? ਹਾਂ, ਜਦੋਂ ਕੱਪੜਾ ਦਰਜੀ ਦੇ ਕੋਲ ਚਲੇ ਜਾਂਦਾ, ਕੋਈ ਦਰਜੀ ਹੈਗਾ? ਅੱਛਾ, ਖਿਆਲ ਕਰੋ ਤੁਸੀਂ, ਕਦੀ ਕੱਪੜਾ ਰੋਇਆ ਤੁਹਾਡੇ ਗਾੜੀ? ਜਾਂ ਉਹਨੇ ਸਲਾਹ ਦਿੱਤੀ ਤੁਹਾਨੂੰ ਮੈਨੂੰ ਐਨ ਨੂੰ ਨਾ ਕੱਟੋ ਤੇ ਐਨ ਕੱਟੋ? ਕੱਪੜਾ ਨਹੀਂ ਕੁਝ ਵੀ ਕਹਿੰਦਾ। ਕੱਪੜੇ ਜਦੋਂ ਦਰਜੀ ਦੇ ਹੱਥ ਵਿੱਚ ਆਉਂਦਾ, ਤੇ ਕੱਪੜਾ ਜਿਹੜਾ ਫਿਰ ਦਵਾਈ ਦਿੰਦਾ ਕਿ ਕੁਦਰਤੀ ਇਹਨੇ ਮੈਨੂੰ ਮਾਰ ਦੇਣਾ, ਅੱਜ ਕੈਂਚੀ ਚਲਾ ਦੇਣੀ ਇਹਨੇ, ਹੈਨਾ। ਉਹ ਵਿਚਾਰਾ ਤਰਲੇ ਲੈਂਦਾ, ਪਰ ਫੇਰ ਵੀ ਬੀਬੀਆਂ ਫੜ ਕੇ ਨਾ ਸੰਗੀ ਉਹਦੀਆਂ, ਤੇ ਆ ਚੰਗੀ ਤਰ੍ਹਾਂ ਮਲੀਆਂ ਮੇਟ ਕਰਕੇ ਰੱਖ ਦਿੰਦੇ ਆ। ਕੋਈ ਉਹਦੀ ਕਾਲਰ ਕਿਤੇ ਰੱਖ ਦਿੰਦੀਆਂ,